सामने आगे जा रहा हूँ ना। अच्छा इन्होंने लेना ना सामने देखे एक बार जोरदार तालियां स्वागत करते हैं साडे मानयोग मुख मंत्री पंजाब सरदार भगवंत ठीक और उन्हां दे नाल साडे So, all right, ladies and gentlemen, finally the most awaited moment of this day is here. And I welcome with due respect our Honorable Chief Minister of Punjab, Sardar Bhagwant Singh Mann ji. Everyone please clap all together for our Honorable Chief Minister of Punjab. ਤੇ ਅੱਜ ਨੀ ਰੱਖੀ ਜਾ ਰਹੀ ਹੈ ਜੀ ਜਿਸ ਮੂਮੈਂਟ ਦਾ ਸਾਨੂੰ ਇੰਤਜ਼ਾਰ ਸੀਗਾ। ਜੀ ਹਾਂ, ਪੰਜਾਬ ਦੇ ਵਿੱਚ ਯਾਨੀ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ
ਰਾਜਪੁਰਾ ਦੇ ਵਿੱਚ ਨੀਂਹ ਰੱਖੀ ਜਾ ਰਹੀ ਹੈ ਜੀ ਗਰਾਊਂਡ ਬ੍ਰੇਕਿੰਗ ਔਰ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਅਸੀਂ ਚਾਹਾਂਗੇ ਇਸ ਮੂਮੈਂਟ ਨੂੰ ਸੈਲੀਬ੍ਰੇਟ ਕੀਤਾ ਜਾਵੇ ਦ ਹਾਊਸ ਦ ਪਲਾਂਟ ਜਿਹੜਾ ਅੱਜ ਇੱਥੇ ਬਣਨ ਜਾ ਰਿਹਾ ਜਿਹਦੀ ਨੀਂਹ ਰੱਖੀ ਜਾ ਰਹੀ ਹੈ ਜੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਸਾਡੇ ਐਮਬੈਸਡਰਸ ਔਰ ਸਾਡੇ ਆਨਰ ਸੀਈਓ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਕਰਦੇ ਹਾਂ ਸਾਡੇ ਆਏ ਹੋਏ ਸਾਰੇ ਡਿਗਨਿਟੀਜ਼ ਦਾ ਸਾਡੇ ਜੀ ਹਾਂ ਸਾਰੇ ਮਹਿਮਾਨਾਂ ਦਾ ਔਰ ਸਾਡੀ ਸਾਰੀ ਟੀਮ ਦਾ ਦ ਹਾਊਸ ਵੱਲੋਂ ਔਰ ਇਹ ਬਹੁਤ ਹੀ ਮਾਣ ਦੀ ਗੱਲ ਹੈ ਸਾਡੇ ਲਈ ਕਿ ਅੱਜ ਸਾਡੇ ਦਰਮਿਆਨ ਸਾਡੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਅੱਜ ਇੱਥੇ ਪਹੁੰਚੇ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ ਬਹੁਤ ਨਿੱਘੀ ਜੀ ਆਇਆਂ ਆਖਦੇ ਆ ਜੀ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਸਾਡੇ ਐਮਬੈਸਡਰਸ ਦਾ ਜਿਹੜੇ ਨੀਦਰਲੈਂਡ ਤੋਂ ਅੱਜ ਇੱਥੇ ਪਹੁੰਚੇ ਨੇ ਔਰ ਇਸ ਜਗ੍ਹਾ ਦੇ ਵਿੱਚ ਹੁਣ ਵਾਰੀ ਹੈ ਜੀ ਵੈਨ ਅਵੇਅਰਨੈਸ ਦੀ ਅਸੀਂ ਗੱਲ ਕਰਾਂਗੇ ਜੀ ਵੈਨ ਅਵੇਅਰਨੈਸ ਜਿਹਦੇ ਵਿੱਚ ਕਿਸਾਨਾਂ ਨੂੰ ਬਹੁਤ ਵੱਡੀ ਜਾਣਕਾਰੀ ਮਿਲੇਗੀ ਜੀ ਇਸ ਵੈਨ ਦੇ ਰਾਹੀਂ ਔਰ ਇਹ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਦੇਖ ਪਾ ਰਹੇ ਹੋ ਇਹ ਸਾਡੇ ਲਈ ਬਹੁਤ ਹੀ ਵੱਡੀਆਂ ਚੀਜ਼ਾਂ ਨੇ ਔਰ ਬਹੁਤ ਹੀ ਇਨਫੋਰਮੇਟਿਵ ਚੀਜ਼ਾਂ ਨੇ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਇਸ ਤੋਂ ਪਹਿਲਾਂ ਨਹੀਂ ਸੀ ਤੇ ਅੱਜ ਤੋਂ ਬਾਅਦ ਜੀ ਹਾਂ ਇਸ ਅਵੇਅਰਨੈਸ ਨੂੰ ਤੁਸੀਂ ਸਾਰੇ ਸੈਲੀਬ੍ਰੇਟ ਕਰ ਪਾਓਗੇ ਔਰ ਜਾਣ ਪਾਓਗੇ ਜੀ ਹਾਂ ਵੈਨ ਅਵੇਅਰਨੈਸ ਕਿਸਾਨ ਭਰਾਵਾਂ ਵਾਸਤੇ ਸਾਡੇ ਵੀਰਾਂ ਵਾਸਤੇ ਹੈਗੀ ਜੀ ਜਿਨ੍ਹਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਫਾਇਦੇਮੰਦ ਕਿਸ ਤਰ੍ਹਾਂ ਉਹ ਆਪਣੀ ਜੀ ਹਾਂ ਜ਼ਿੰਦਗੀ ਦੇ ਵਿੱਚ ਜਿਹੜਾ ਕੰਮ ਕਾਜ ਅਸੀਂ ਕਰਦੇ ਹਾਂ ਜਿਹੜੀ ਫਸਲ ਦੇ ਜ਼ਰੀਆ ਉਹ ਸਾਰੀਆਂ ਤੁਹਾਨੂੰ ਅੱਜ ਚੀਜ਼ਾਂ ਤੁਹਾਡੇ ਸਾਹਮਣੇ ਦਿੱਤੀਆਂ ਜਾ ਰਹੀਆਂ ਨੇ ਪੇਸ਼ ਕੀਤੀਆਂ ਜਾ ਰਹੀਆਂ ਨੇ ਇਸ ਵੈਨ ਅਵੇਅਰਨੈਸ ਦੇ ਰਾਹੀਂ ਔਰ ਨਹੀਂ ਅਸੀਂ ਰੱਖ ਚੁੱਕੇ ਹਾਂ ਜੀ ਔਰ ਇਹ ਸਾਰੀਆਂ ਜਿਹੜੀਆਂ ਮੁੱਖ ਚੀਜ਼ਾਂ ਨੇ ਤੁਹਾਡੇ ਦਰਮਿਆਨ ਕੀਤੀਆਂ ਜਾ ਰਹੀਆਂ ਨੇ ਸਾਡੇ ਮੁੱਖ ਮਹਿਮਾਨ ਵੱਲੋਂ ਉਹਨਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਪੋਲਟਰੀ ਦੇ ਵਿੱਚ ਸਵਾਈਨ ਦੇ ਵਿੱਚ ਬਿਕਰੀ ਦੇ ਵਿੱਚ ਉਹ ਸਾਰੀ ਉਹਨਾਂ ਦੇ ਜਿਹੜੇ ਵੀਡੀਓਜ਼ ਬਣਾ ਕੇ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਕਿ ਕੰਮ ਕਰਨਾ ਚਾਹੀਦਾ ਉਹ ਸਾਰੀਆਂ ਜਾਣਕਾਰੀਆਂ ਆਪਾਂ ਹੋਰ ਵੀ ਵੀਡੀਓਜ਼ ਬਣਾਏ ਡਿਫਰੈਂਟ ਸਾਰੇ ਪੰਜਾਬੀ ਲੈਂਗੁਏਜ ਦੇ ਸਾਰੇ ਪੰਜਾਬ ਤੇ ਆਪਾਂ ਹਰੇਕ ਡਿਸਟ੍ਰਿਕਟ ਵਿੱਚ ਵੈਨ ਜਿਹੜੀ ਆਪਾਂ ਕੋਈ ਡਿਸਟ੍ਰਿਕਟ ਦੇ ਵਿੱਚ ਪ੍ਰੋਜੈਕਟ ਬਣਾਇਆ ਬ੍ਰਾਂਚ 24 ਉੱਥੇ ਸਾਡੀ ਟੀਮ ਉੱਥੇ ਆਪਾਂ ਟ੍ਰੇਨਿੰਗ ਸੈਂਟਰ ਬਣਾਉਣਾ of royalty horse, Mr. Kundi horse, and along with him are HE Ambassador Marisa Khera. सेम ਇੱਥੇ ਉਹਨੂੰ ਰੈਪਲੀਕੇਟ ਆਪਾਂ ਕਰੀਏ जी हाँ और ਹੁਣ मैं गुजारिश करूंगा जी हाँ इस वैन अवेयरनेस के बाद सारी टीम ਨੂੰ ਪ੍ਰੋਜੈਕਟ ਬਣਾਏ 7 ਚ 2 ਇੰਡੀਆ ਟੌਪ ਤੇ ਸਾਡੇ ਐਮਬੈਸਡਰਸ ਔਰ ਉਹਨਾਂ ਦੇ ਨਾਲ ਸਾਡੇ ਆਨਰ ਸੀਈਓ ਦਰੋਜ਼ ਅੱਗੇ ਆ ਕੇ ਅਸੀਂ ਹੁਣ ਇਹ ਅੱਜ ਇਸ ਇਵੈਂਟ ਦੀ ਸ਼ੁਰੂਆਤ ਕਰੀਏ ਔਰ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿੱਤਾ ਕਿ ਅੱਜ ਦਾ ਦਿਨ ਸਾਡੇ ਲਈ ਬੜਾ ਸ਼ੁਭ ਹੈ ਜੀ ਬਿਕੋਜ਼ ਅੱਜ ਬਹੁਤ ਸਾਰੇ ਕਾਰਨ ਨੇ ਜਿਹਨੂੰ ਸ਼ੁਭ ਕਰਨ ਦੇ ਸਭ ਤੋਂ ਪਹਿਲਾਂ ਜੀ ਅੱਜ ਇੱਥੇ ਇੰਡੀਆ ਦੇ ਵਿੱਚ ਪਹਿਲਾ ਪਲਾਂਟ ਜਿਹੜਾ ਲਗਾਇਆ ਜਾ ਰਿਹਾ ਔਰ ਉਹ ਵੀ ਪੰਜਾਬ ਦੇ ਵਿੱਚ ਰਾਜਪੁਰਾ ਜੀ ਦਾ ਹਾਊਸ ਵੱਲੋਂ ਬਹੁਤ ਬਹੁਤ ਜੀ ਇਸ ਗੱਲ ਦੇ ਉੱਤੇ ਮਾਫੀ ਹੈ ਔਰ ਇਹ ਦੂਜਾ ਸਾਡੇ ਲਈ ਅੱਜ ਖੁਸ਼ੀ ਦਾ ਵੇਲਾ ਹੈ ਜੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਨੇ ਔਰ ਜੀ ਸਾਡੇ नीदरलैंड तो एम्बेसडर्स आए ने साडा साथ प्रधान और जी हाँ इंडिया के विच साडी पहली स्टेट पंजाब जिन्होंने चूज किया गया जिस राजपुरा विखे जिस जगह से खड़े हैं नहीं रखी गई जी नहीं पत्थर रखा गया है उस प्लांट का और वैन अवेयरनेस जी अपन को सिर्फ 1200 हासिल कर ਹੁਣ ਬਣਾਉਣਾ ਮੈਂ ਸ਼ਰੀਫ ਪੈਨ ਸਪੈਸ਼ਲ ਜ਼ੋਰ ਲਾ ਰਿਹਾ ਸ਼ਰੀਫ ਆਪਾਂ ਸਾਊਥ ਸੋਚਦੇ ਇੱਥੇ ਵੀ ਸ਼ਰੀਫ ਕਰੀਏ ਮੈਂ ਇਹਨਾਂ ਨੂੰ ਫਾਰਮ ਵਿਜ਼ਿਟ ਕਰਾ ਰਿਹਾ ਮੈਂ ਉਸ ਪ੍ਰੋਜੈਕਟ ਵਿੱਚ ਰਹਿਣਾ ਚਾਹੁੰਦਾ ਸ਼ਰੀਫ ਇੱਥੇ ਸਾਰੀਆਂ ਸੋ ਹੁਣ ਅਸੀਂ ਗੁਜ਼ਾਰਿਸ਼ ਕਰਾਂਗੇ ਜੀ ਹਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਕਿ ਲੈਂਪ ਲਾਈਟ ਕਰਕੇ ਦਿੱਤ ਜੋਤੀ ਕਰਕੇ ਇਸ ਸ਼ੁਭ ਦਿਨ ਸ਼ੁਭ ਇਵੈਂਟ ਦੀ ਅੱਜ ਸ਼ੁਰੂਆਤ ਕੀਤੀ ਜਾਵੇ So, all right, ladies and gentlemen, whatever we start in India, we always take that Lord's name. So, by taking the Lord name, we are going to start this ceremony. So, here we are having a lamp lighting ceremony. And the lamp lighting ceremony is by, again, our Chief Minister, Honorable Chief Minister of Punjab, Sardar Bhagwant Singh Manji, along with him, our honor of the company, Mr. Kundi Hose, and along with him, our HE Ambassador Marisa Khare.
सो एक बार जोरदार ताड़ियां चाहांगा मैं साडी फैमिली वालों यानी कि द हाउस दी पूरी टीम वालों और आए हुए साडे सारे मेहमानां वालों जोरदार ताड़ियां जी इस बहुत सोहने वेले लई जी बहुत सोहनी घड़ी जी। और मानयोग मुख मंत्री पंजाब सरदार भगवंत सिंह मान जी ਲਈ कहना चाहांगे जी तुसीं घर अपने आए ते असीं फुल्ले हां समाए साडे घर तशरीफ लिआए नूं साडे सारिਆਂ ਵੱਲੋਂ ਤੁਹਾਨੂੰ ਨਿੱਘੀ ਜੀ ਆਇਆਂ ਨੂੰ जी आਇਆਂ ਨੂੰ जी आयਆਂ ਨੂੰ। नहीं अभी नहीं करना। मानयोग मुख मंत्री पंजाब सरदार भगवंत सिंह मान बहुत बहुत स्वागत है सर थोड़ा जी तुसी अपने घर अपनी जगह बैठे हो और असी बड़ा माण महसूस कर रहे हैं इस शुभ वेले दे विच साडा साथ देने लई। और हुण मैं चाहांगा जी शुरुआत करन तो पहला एक कंपनी दी असी कुछ वीडियो चलाना चाहते हैं और हिंदी और पंजाबी दे विच असी एक वीडियो प्ले करांगे तुसी उहनूं ध्यान नाल देखियो जी उस तो बाद इस दिन की शुरुआत करते हैं जी। बहुत बहुत धन्यवाद। कैन वी हैव द वीडियो। हर दिन हम हजारों फार्म्स का दौरा करते हैं और दुनिया भर के पशुपालकों के साथ काम करते हैं। साथ मिलकर हम विश्व की बढ़ती आबादी को सुरक्षित, स्वस्थ और किफायती भोजन उपलब्ध कराने की दिशा में काम करते हैं। अनुभवी विशेषज्ञों के समूह के साथ हम दुनिया भर के पशुपालकों को कंपाउंड फीड, प्रीमिक्स एवं स्पेशलिटी फीड उपलब्ध करवाते हैं। हमारे विशेषज्ञ पशुपालकों के साथ मिलकर काम करने में भरपूर आनंद लेते हैं। जानवरों के रखरखाव एवं उनके आहार से संबंधित महत्वपूर्ण सूचनाएं एवं जानकारी प्रदान करते हैं। पशु पोषण संबंधी जानकारी और फार्म प्रबंधन के बारे में महत्वपूर्ण सलाह प्रदान करते हैं और ये सब पशुओं के स्वास्थ्य और उच्चतम उत्पादन के लक्ष्य को ध्यान में रखकर किया जाता है। हमारा इतिहास एक छोटे पारिवारिक व्यवसाय के साथ नीदरलैंड से 1911 में शुरू हुआ था, जो स्थानीय पशुपालकों को अनाज की आपूर्ति करवाता था। लगभग 100 सालों में ये छोटा सा व्यवसाय दुनिया की सबसे बड़ी पशु आहार कंपनियों में से एक बन गया है। आज डीहूस परिवार की चौथी पीढ़ी इस समूह का नेतृत्व कर रही है। हमारा अंतर्राष्ट्रीय विस्तार 1998 में शुरू हुआ, जब हमने निर्यात करने वाली एक डच कंपनी काउडाइस का अधिग्रहण किया, जो मुख्य रूप से मिडिल ईस्ट, अफ्रीका और पूर्वी यूरोप में सक्रिय थी। अगले कुछ वर्षों में हम दुनिया भर के देशों में और भी अधिक सफल अधिग्रहणों के साथ आगे बढ़ते रहे। हमारा उद्देश्य उन देशों में स्वतंत्र रूप से विकास करना है जहां हम पहले से ही काम कर रहे हैं। अधिग्रहण और अपनी नई फीड मिल्स में निवेश के माध्यम से नए देशों में प्रवेश कर रहे हैं। हम विशेष रूप से उन देशों में अवसरों की तलाश करते हैं जहां कृषि क्षेत्र अभी विकसित हो रहा है। ऐसे देश जहां हम पशुपालकों को अपना व्यवसाय बढ़ाने में मदद कर सकें। और इसका अंतिम परिणाम ये होता है कि डीहूस की उपस्थिति पशुपालकों को आर्थिक उन्नति के अवसर प्रदान करती है, जो उद्यमशीलता को प्रोत्साहित करते हैं। हमारा अनुसंधान उन नवीन उत्पादों और सेवाओं का आधार बनता है जो हम अपने ग्राहकों को उपलब्ध करवाते हैं। हम लगातार बेहतर पोषक तत्वों से भरपूर फीड के निर्माण और पशु स्वास्थ्य में सुधार लाने के लिए कार्यरत हैं। हम दुनिया भर में कई अनुसंधान सुविधाएं और फार्म संचालित करते हैं और अपने ग्राहकों को उनके व्यवसाय को और बेहतर बनाने के लिए नवीनतम जानकारी प्रदान करते हुए फूड चेन की भागीदारों और वैज्ञानिक संस्थानों के साथ काम कर रहे हैं। यही कारण है कि हम पशु पोषण के साथ साथ हैचरी, जेनेटिक्स, ब्रीडिंग, फूड प्रोसेसिंग एवं सप्लाई चेन में निवेश करते हैं। हर दिन हम सुरक्षित और किफायती फीड का उत्पादन,
और पशुपालकों की प्रगति के लिए प्रतिबद्ध है और हम इसे पावरिंग प्रोग्रेस कहते हैं। ਹੁਣ ਇੱਕ ਵਾਰ ਅਸੀਂ ਪੰਜਾਬੀ ਚ ਇਸ ਅਸੀਂ ਹਰ ਰੋਜ਼ ਹਜ਼ਾਰਾਂ ਫਾਰਮਸ ਦਾ ਦੌਰਾ ਕਰਦੇ ਹਾਂ ਅਤੇ ਦੁਨੀਆ ਭਰ ਦੇ ਪਸ਼ੂ ਪਾਲਕਾਂ ਨਾਲ ਕੰਮ ਕਰਦੇ ਹਾਂ। ਅਸੀਂ ਮਿਲ ਕੇ ਵਿਸ਼ਵ ਦੀ ਵਧਦੀ ਆਬਾਦੀ ਲਈ ਸੁਰੱਖਿਅਤ, ਸਿਹਤਮੰਦ ਅਤੇ ਕਿਫਾਇਤੀ ਭੋਜਨ ਪ੍ਰਦਾਨ ਕਰਨ ਲਈ ਕੰਮ ਕਰਦੇ ਹਾਂ। ਤਜਰਬੇਕਾਰ ਪੇਸ਼ੇਵਰਾਂ ਦੇ ਸਮੂਹ ਦੇ ਨਾਲ ਅਸੀਂ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਕੰਪਾਊਂਡ ਫੀਡ, ਪ੍ਰੀਮਿਕਸ ਅਤੇ ਸਪੈਸ਼ਲਿਟੀ ਫੀਡ ਪ੍ਰਦਾਨ ਕਰਦੇ ਹਾਂ। ਸਾਡੇ ਮਾਹਰ ਪਸ਼ੂ ਪਾਲਕਾਂ ਨਾਲ ਮਿਲ ਕੇ ਕੰਮ ਕਰਨ ਦਾ ਆਨੰਦ ਲੈਂਦੇ ਹਾਂ। ਜਾਨਵਰਾਂ ਨੂੰ ਕਿਵੇਂ ਰੱਖਿਆ ਜਾਂਦਾ ਹੈ ਅਤੇ ਫੀਡ ਦੇ ਸੰਬੰਧ ਵਿੱਚ ਮਹੱਤਵਪੂਰਨ ਸਮਝ ਪ੍ਰਦਾਨ ਕਰਦੇ ਹਾਂ। ਪਸ਼ੂ ਪੋਸ਼ਣ ਸੰਬੰਧੀ ਜਾਣਕਾਰੀ ਅਤੇ ਫਾਰਮ ਪ੍ਰਬੰਧਨ ਬਾਰੇ ਮਹੱਤਵਪੂਰਨ ਸਲਾਹ ਪ੍ਰਦਾਨ ਕਰਦੇ ਹਾਂ ਅਤੇ ਇਹ ਸਭ ਪਸ਼ੂਆਂ ਦੀ ਸਿਹਤ ਲਈ ਅਤੇ ਸਰਵੋਤਮ ਉਤਪਾਦਨ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਸਾਡਾ ਇਤਿਹਾਸ ਨੀਦਰਲੈਂਡਸ ਵਿੱਚ 1911 ਵਿੱਚ ਇੱਕ ਛੋਟੇ ਪਰਿਵਾਰਕ ਕਾਰੋਬਾਰ ਨਾਲ ਸ਼ੁਰੂ ਹੋਇਆ ਸੀ ਜੋ ਸਥਾਨਕ ਪਸ਼ੂ ਪਾਲਕਾਂ ਨੂੰ ਅਨਾਜ ਸਪਲਾਈ ਕਰਦਾ ਸੀ। ਲਗਭਗ 100 ਸਾਲਾਂ ਵਿੱਚ ਇਹ ਛੋਟਾ ਕਾਰੋਬਾਰ ਸੰਸਾਰ ਵਿੱਚ ਸਭ ਤੋਂ ਵੱਡੀ ਪਸ਼ੂ ਪੋਸ਼ਣ ਕੰਪਨੀਆਂ ਵਿੱਚੋਂ ਇੱਕ ਬਣ ਗਿਆ ਹੈ। ਅੱਜ ਡੀਹੂਸ ਪਰਿਵਾਰ ਦੀ ਚੌਥੀ ਪੀੜ੍ਹੀ ਇਸ ਸਮੂਹ ਦੀ ਅਗਵਾਈ ਕਰ ਰਹੀ ਹੈ। ਸਾਡਾ ਅੰਤਰਰਾਸ਼ਟਰੀ ਵਿਸਤਾਰ 1998 ਵਿੱਚ ਸ਼ੁਰੂ ਹੋਇਆ ਜਦੋਂ ਅਸੀਂ ਇੱਕ ਨਿਰਯਾਤ ਕਰਨ ਵਾਲੀ ਕਾਊ ਡਾਈਸ ਡੱਚ ਕੰਪਨੀ ਦਾ ਅਧਿਗ੍ਰਹਿਣ ਕੀਤਾ ਜੋ ਮੁੱਖ ਤੌਰ ਤੇ ਮਿਡਲ ਈਸਟ, ਅਫਰੀਕਾ ਅਤੇ ਪੂਰਬੀ ਯੂਰਪ ਵਿੱਚ ਸਕਰੀਏ ਸੀ। ਅਗਲੇ ਕੁਝ ਸਾਲਾਂ ਵਿੱਚ ਅਸੀਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਵਧੇਰੇ ਅਧਿਗ੍ਰਹਿਣ ਦੇ ਨਾਲ ਵਿਕਾਸ ਕਰਨਾ ਜਾਰੀ ਰੱਖਿਆ। ਸਾਡਾ ਉਦੇਸ਼ ਉਹਨਾਂ ਬਾਜ਼ਾਰਾਂ ਵਿੱਚ ਖੁਦ ਮੁਖਤਿਆਰੀ ਨਾਲ ਵਿਕਾਸ ਕਰਨਾ ਹੈ ਜਿੱਥੇ ਅਸੀਂ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਾਂ। ਅਸੀਂ ਨਵੇਂ ਦੇਸ਼ਾਂ ਵਿੱਚ ਗ੍ਰਹਿਣ ਅਤੇ ਆਪਣੀ ਨਵੀਆਂ ਫੀਡ ਮਿਲਾਂ ਵਿੱਚ ਨਿਵੇਸ਼ ਰਾਹੀਂ ਦਾਖਲ ਹੋ ਰਹੇ ਹਾਂ। ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਦੇਸ਼ਾਂ ਵਿੱਚ ਮੌਕਿਆਂ ਦੀ ਭਾਲ ਕਰਦੇ ਹਾਂ ਜਿੱਥੇ ਖੇਤੀਬਾੜੀ ਖੇਤਰ ਵਿਕਸਿਤ ਹੋ ਰਿਹਾ ਹੈ। ਅਸੀਂ ਵੱਖ-ਵੱਖ ਦੇਸ਼ਾਂ ਦੇ ਪਸ਼ੂ ਪਾਲਕਾਂ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰਦੇ ਹਾਂ। ਅੰਤਮ ਨਤੀਜਾ ਇਹ ਹੈ ਕਿ ਡੀਹੂਸ ਦੀ ਮੌਜੂਦਗੀ ਆਰਥਿਕ ਮੌਕੇ ਪ੍ਰਦਾਨ ਕਰਦੀ ਹੈ ਜੋ ਉੱਤਮ ਦਾਮ ਨੂੰ ਵਧਾਉਂਦੇ ਹਨ। ਅਸੀਂ ਹਰ ਦਿਨ ਭੋਜਨ ਉਤਪਾਦਨ ਅਤੇ ਸਪਲਾਈ ਦੀ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਾਂ। ਸਾਡੀ ਖੋਜ ਨਵੇਂ ਉਤਪਾਦਾਂ ਅਤੇ ਸੇਵਾਵਾਂ ਦਾ ਆਧਾਰ ਬਣਦੀ ਹੈ ਜੋ ਅਸੀਂ ਆਪਣੇ ਗਾਹਕਾਂ ਨੂੰ ਉਪਲਬਧ ਕਰਾਉਂਦੇ ਹਾਂ। ਅਸੀਂ ਬਿਹਤਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਫੀਡ ਬਣਾਉਣ ਅਤੇ ਜਾਨਵਰਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਅਸੀਂ ਦੁਨੀਆ ਭਰ ਵਿੱਚ ਕਈ ਖੋਜ ਸਹੂਲਤਾਂ ਅਤੇ ਫਾਰਮਾਂ ਦਾ ਸੰਚਾਲਨ ਕਰਦੇ ਹਾਂ ਅਤੇ ਸਾਡੇ ਗਾਹਕਾਂ ਨੂੰ ਉਹਨਾਂ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਨਤਮ ਜਾਣਕਾਰੀ ਪ੍ਰਦਾਨ ਕਰਦੇ ਹੋਏ ਫੂਡ ਚੇਨ ਦੇ ਸਾਂਝੇਦਾਰਾਂ ਅਤੇ ਵਿਗਿਆਨਕ ਸੰਸਥਾਵਾਂ ਨਾਲ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਪਸ਼ੂ ਪੋਸ਼ਣ ਦੇ ਨਾਲ-ਨਾਲ ਹੈਚਰੀਆਂ, ਜੈਨੇਟਿਕਸ, ਬਰੀਡਿੰਗ, ਫੂਡ ਪ੍ਰੋਸੈਸਿੰਗ ਅਤੇ ਸਪਲਾਈ ਚੇਨ ਵਿੱਚ ਨਿਵੇਸ਼ ਕਰਦੇ ਹਾਂ। ਅਸੀਂ ਹਰ ਦਿਨ ਸੁਰੱਖਿਅਤ ਅਤੇ ਕਿਫਾਇਤੀ ਫੀਡ ਤਿਆਰ ਕਰਨ ਅਤੇ ਪਸ਼ੂ ਪਾਲਕਾਂ ਦੀ ਤਰੱਕੀ ਲਈ ਵਚਨਬੱਧ ਹਾਂ ਅਤੇ ਅਸੀਂ ਇਸ ਨੂੰ ਪਾਵਰਿੰਗ ਪ੍ਰੋਗਰੈਸ ਕਹਿੰਦੇ ਹਾਂ। Alright, ladies and gentlemen, जो वीडियो आप लोगों ने देखी, this is just a glimpse of Royal G Horse. Yes, Royal G Horse, the reason of this gathering. So everyone, please put your hands together for Royal G Horse. And I am really thankful to the company for arranging such a grand event and giving me an opportunity to host in front of our Honorable Chief Minister of Punjab, Sardar Bhagwant Singh Mann ji. Thank you, sir, for coming and gracing our event. And now, ladies and gentlemen, if we talk about Royal G Horse, the company is more than 100 years old company. The company started its business in 2017 in India. And look where we are today. So today we are celebrating the success story and the journey of Royal G Horse. So everybody, आगे बढ़ते हैं और आगे बढ़ते हुए मैं अब इस मंच पर बुलाना चाहूंगी for the official welcome our commercial director of the company, Mr. Amit Mittan. Everyone, please put your hands together for Mr. Amit Mittan, our commercial director of the company, to welcome all of you officially. So, thank you. आप सभी को मेरा नमस्कार। मैं आपका बहुत बहुत स्वागत करता हूं कि आप इतनी संख्या में आए, आपने समय दिया। तो
मैं अपना एड्रेस शुरू करने से पहले हमारे एक स्पेशल गेस्ट थे जो मिस्टर गाबोर फ्लूइड, हमारे सीईओ एशिया जो हैं, वो किन्हीं पर्सनल वजहों से, फैमिली रीजंस की वजह से नहीं आ पाए। तो मैं पहले उनका मैसेज रीड करना चाहूँगा आपके लिए, जो बहुत ही स्पेशल है। तो मैं इंग्लिश में बोलूँगा, साथ में हिंदी और पंजाबी में भी उसको ट्रांसलेट करूँगा। Dear distinguished guest, this is an important and proud moment for all of us, for our employees of DHUS India, for our customers present here today, and for the whole global DHUS family. Due to personal reasons, I cannot join you today. However, today is just the first of many important milestones in the DHUS India journey. We look forward to work together with you, helping our farmers by giving them access to good and stable quality feed and technical support. My best regards, Gabor Fluid. तो जैसा मैंने बताया, वो किन्हीं वजहों से नहीं आ पाए, बट उनका कहना ये है कि वो पर्सनली हर एक गेस्ट का, स्पेसिफिकली ऑनरेबल चीफ मिनिस्टर, हर एक्सीलेंसी मिस मरीसा खेराड्स, मिस्टर कुन DHUS, and our entire team of DHUS India and the global team present here, he want to welcome all of you. He want to thank all of you, and he says that all our farmers are very important for us. We promise them access, कि हम उनको अच्छी से अच्छी सर्विसेज और सबसे बेहतर क्वालिटी के प्रोडक्ट्स का एक्सेस देने के लिए प्रतिबद्ध हैं, और हम उस चीज़ के लिए प्रॉमिस करते हैं कि हम वो सब चीज़ें आपको मुहैया कराएंगे। के अलावा मैं आपका एक बार फिर से स्वागत करना चाहूँगा कि आप इतनी बड़ी संख्या में आए और आपने अपना समय दिया, और मेरे किसान भाई जो पंजाब, हरियाणा, जम्मू कश्मीर, यूपी से यहाँ पे आए हैं, क्योंकि आज 2017 में जब हमने शुरू किया था ये कार्यक्रम DHUS इंडिया का, तो पहली गाड़ी से शुरू और आज एक बहुत बड़ा कारवां बन गया है। इस 6 साल के समय में जो भी हमारी उपलब्धि हुई है, जितनी भी हमारी प्रगति हुई है, वो आप सभी के बिना पॉसिबल नहीं थी। आपका जो हमारे सबको साथ मिला, आपका जो हमें सपोर्ट मिला, वो बहुत ही जो है हमारे लिए इम्पोर्टेंट है, बहुत ही हम उसका सम्मान करते हैं, और लगातार हम उस सपोर्ट की आपसे रिक्वेस्ट करते हैं, लगातार हमें मिलता रहे, ऐसी हम इच्छा रखते हैं। साथ ही में मेरे जितने भी डिस्ट्रीब्यूशन पार्टनर्स हैं, क्योंकि हम जितने भी किसान भाइयों तक पहुंचते हैं, तकरीबन आज अगर हम बात करें तो 2000 से ज़्यादा किसान डायरेक्टली हमारे साथ जुड़े हुए हैं हमारे चैनल पार्टनर्स के थ्रू। अगर मैं चैनल पार्टनर्स की बात करूं तो 300 से ज़्यादा चैनल पार्टनर्स हमारे साथ हरियाणा, पंजाब के क्षेत्र में अधिकतर जुड़े हुए हैं। तो जो भी हमारी सर्विसेज जाती हैं, जो भी हमारा प्रोडक्ट एक्सेस जाता है, टेक्नोलॉजी एक्सेस जाता है, वो सब इन पार्टनर्स के जरिए जाता है। तो मैं आपका भी बहुत बहुत स्वागत करना चाहता हूँ, बहुत बहुत धन्यवाद करना चाहता हूँ यहाँ आने के लिए। इसके अलावा हमारी टीम जो है, मैं उनका भी बहुत धन्यवाद और स्वागत करना चाहता हूँ कि आपके सभी के एफर्ट से आज ये इतना बड़ा इवेंट मुमकिन हुआ। और इसके अलावा हम हर रोज़, आप सभी को इसकी जानकारी होगी, और जो हमारी टीम हमारे साथ काम कर रही है पार्टनर्स, हम हर रोज़ 600 से 650 किसानों से हमारी टीम डायरेक्टली जाके मिलती है, उनकी समस्याओं के बारे में सुनती है, उनकी ज़रूरतों के बारे में सुनती है, और उनको सर्विसेज प्रोवाइड करते हैं। तो हमारा जो काम करने का तरीका है वो ये है कि हम प्रोडक्ट ना देके पहले अपनी सर्विसेज से आपको जो है आपकी उन्नति देखना चाहते हैं, आपकी लाइवलीहुड इंप्रूवमेंट देखना चाहते हैं। तो उसके लिए हम प्रतिबद्ध हैं। तो मैं इस दिन को, जो हम आज यहाँ बैठे हैं, इतना बड़ा इवेंट हम कर रहे हैं, और ये इतना बड़ा काम हमारे जो पॉसिबल हुआ है, हम पहला प्लांट यहाँ पे ग्राउंड ब्रेकिंग कर रहे हैं, मैं उसके लिए आपका बहुत बहुत धन्यवाद करना चाहता हूँ, बहुत बहुत स्वागत करना चाहता हूँ। सत श्री अकाल। बहुत बहुत ਧੰਨਵਾਦ ਸਰ ਤੁਹਾਡਾ ਇਸ ਓਪਨਿੰਗ ਸੈਰੇਮਨੀ ਸਪੀਚ ਵਾਸਤੇ। ਔਰ ਇਸੇ ਤਰ੍ਹਾਂ ਹੁਣ ਅਸੀਂ ਅੱਗੇ ਵਧਦੇ ਜੀ, ਔਰ ਤੁਹਾਡੇ ਵਾਸਤੇ ਕੁਝ ਬਹੁਤ ਹੀ ਵਧੀਆ ਕਾਰਜਕ੍ਰਮ ਅਸੀਂ ਆਯੋਜਿਤ ਕੀਤਾ ਜੀ। ਔਰ ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਰੰਗ ਨੇ, ਤੇ ਮੈਂ ਸਾਰੇ ਰੰਗਾਂ ਨੂੰ ਤਾਂ ਨਹੀਂ ਤੁਹਾਡੇ ਸਾਹਮਣੇ, ਲੇਕਿਨ ਇੱਕ ਐਸਾ ਰੰਗ ਤੁਹਾਡੇ ਅੱਗੇ ਲੈ ਕੇ ਆਉਣ ਵਾਲੇ ਜੀ, ਪੰਜਾਬ ਦਾ ਲੋਕ ਸੰਗੀਤ। ਕਿਉਂਕਿ ਇਹ ਜਿਹੜਾ ਸੰਗੀਤ ਹੈ, ਇਹਨੂੰ ਕੋਈ ਭਾਸ਼ਾ ਦੀ ਲੋੜ ਨਹੀਂ ਪੈਂਦੀ ਜੀ, ਇਹਨਾਂ ਨੂੰ ਕੋਈ ਐਦਾਂ ਦੀ ਬੈਰੀਅਰ ਦੀ ਲੋੜ ਨਹੀਂ ਪੈਂਦੀ, ਕੋਈ ਵੀ ਚੀਜ਼ ਜਿਹੜੀ ਹੈ ਸਮਝਣ ਦੀ ਲੋੜ ਨਹੀਂ ਪੈਂਦੀ, ਸੰਗੀਤ ਸਭ ਤੱਕ ਪਹੁੰਚ ਜਾਂਦਾ ਹੈ। ਬਿਕੋਜ਼ ਇਹ ਐਦਾਂ ਦਾ ਸੰਗੀਤ ਹੈ ਜਿਹੜਾ ਤੁਸੀਂ ਸਾਰੇ ਪੰਜਾਬ ਦੇ ਉਹ ਲੋਕ ਇੰਸਟਰੂਮੈਂਟ ਤੁਸੀਂ ਅੱਜ ਸੁਣੋਗੇ, ਜਿਹੜੇ ਅੱਜ ਦੀ ਡੇਟ ਦੇ ਵਿੱਚ ਮੈਂ ਦੇਖਦਾ ਕਿ ਬਹੁਤ ਘੱਟ ਜਗ੍ਹਾ ਤੁਸੀਂ ਸੁਣਦੇ ਹੋ, ਲੇਕਿਨ ਅੱਜ ਇਸ ਸਟੇਜ ਦੇ ਰਾਹੀਂ ਅਸੀਂ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਉਹ ਧੁਨ ਪਹੁੰਚਾਵਾਂਗੇ, ਉਹ ਰਾਗ ਪਹੁੰਚਾਵਾਂਗੇ, ਕਿਉਂਕਿ ਪੰਜਾਬ ਦਾ ਜਿਹੜਾ ਪ੍ਰਸਿੱਧ ਲੋਕ ਸੰਗੀਤ ਹੈਗਾ ਜੀ, ਅੱਜ ਤੁਹਾਡੇ ਸਾਹਮਣੇ ਲੈ ਕੇ ਆਉਣ ਵਾਲੇ ਆ। ਔਰ ਜਿਹੜੇ ਇਹ ਪੇਸ਼ਕਾਰੀ ਕਰ ਰਹੇ ਨੇ ਜੀ, ਸਾਡੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪਰਿਵਾਰ ਦੇ ਵਿੱਚੋਂ ਵਿਰਾਸਤ
ਅੱਜ ਸਾਡੇ ਨਾਲ ਆਏ ਨੇ ਪੂਰੀ ਟੀਮ ਪੂਰੀ ਫੈਮਿਲੀ। ਜੀ ਹਾਂ, ਵਿਜੇ ਯਮਲਾ ਜੀ ਤੇ ਲੋਕ ਸਾਜਾ ਦੇ ਨਾਲ ਪੰਜਾਬ ਦਾ ਲੋਕ ਰੰਗ ਦਿਖਾਣਗੇ ਤੇ ਇੱਕ ਹੋਰ ਸਾਡੇ ਸੀਨੀਅਰ ਕਲਾਕਾਰ ਪੰਜਾਬ ਦੇ ਭੋਲਾ ਕਲੇਰੀ ਜੀ। ਸੋ ਆਓ ਜੀ, ਮੇਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਲੈ ਕੇ ਪੰਜਾਬ ਦਾ ਲੋਕ ਸੰਗੀਤ।
थैंक यू। So, right, ladies and gentlemen, because we all are in Punjab, so a simple, short, and a sweet performance for all of you, showcasing the culture of Punjab and tradition of Punjab over here. And this is a special performance for our dignitaries, those who have come from Netherlands. So I hope that you all liked it. And can we please clap all together for this special performance? Because एक कलाकार को सिर्फ चाहिए दर्शकों की तालियों का साथ। चलिए अब आगे बढ़ते हैं, ladies and gentlemen. We all know the reason of this gathering, that is royalty host. And the videos, जो वीडियोस आप लोगों ने बिल्कुल शुरुआती दौर पर देखी थी, that was just a short glimpse of the company. कंपनी के बारे में इससे और भी ज्यादा बहुत सारी बातें हैं. So in order to talk more about the company, I have the privilege to call upon stage our special dignitary from Netherlands. Ladies and gentlemen, please put your hands together for Mr. Radgar Audians, our group director, and along with him, Mr. Tanveer Ahmed, our journal director of The Host. Everyone, please clap for both of them. So they're going to talk about the company more. And I request the dignitary to please join me over here. Sat Sri Akal. Namaste. Good afternoon, everyone. Firstly, I would really like to thank the presence of each and every one here today. That marks a great breakthrough for the host India. You've come in great numbers. You are our partners in every sense of the word, and we thank you for our loyalty to our brand and to our products. सत श्री अकाल, नमस्कार एंड गुड आफ्टरनून। सबसे पहले तो आप सबकी उपस्थिति का हम धन्यवाद देना चाहेंगे कि आप इतनी बड़ी संख्या में अपना टाइम निकाल कर आए। आज डिहूस के लिए ये बहुत महत्वपूर्ण दिन है। I want to especially thank the presence of Excellency Honorable Chief Minister of Punjab, Mr. Bhagwant Mann, Her Excellency Ambassador of the Kingdom to the Netherlands, India, to India, Nepal, and Bhutan, Marissa Gerards, as our guest of honor. Your presence further enforces the great support the host has witnessed from both the Punjab government and the Netherlands Embassy in Delhi in entering the Punjab state. The Netherlands has, among others, facilitated contacts with Punjab authorities in the runner-up of today's event. सबसे पहले हमारे स्पेशल गेस्ट पंजाब के मुख्यमंत्री श्री भगवत मान जी का और एम्बेसडर किंगडम ऑफ नेदरलैंड हर एक्सीलेंसी मरीसा खरात और हमारे सभी और हमारे ग्रुप के सीईओ एंड ऑनर मिस्टर कून डिहूज और तमाम जितने भी गवर्नमेंट ऑफिशियल्स यहाँ आए हुए हैं, उन सब का बहुत बहुत धन्यवाद करना चाहेंगे। ये पंजाब गवर्नमेंट के और नेदरलैंड एम्बेसी के कोलैबोरेशन से हम इतना बड़ा प्रोग्राम ऑर्गेनाइज कर पाए और हम ये डिसाइड कर पाए कि हम यहाँ राजपुरा में एक 140 करोड़ रुपए का एक प्लांट इन्वेस्टमेंट करने जा रहे हैं। I further thank all the government officials here present, and especially also the two MALAs that are present here today. तो हमारे हलके के दोनों एमएलए मिस नीना मित्तल और गुरलाल सिंह जी दोनों का भी बहुत बहुत धन्यवाद देना चाहेंगे कि आप अपना वक्त निकाल के हमारे प्रोग्राम में आए। So I would equally like to thank our group CEO, Mr. Koen de Heus, for gracing us this occasion with his presence and also with his encouragement. For Mr. de Heus, it's only the second time here in India, and his presence further signifies the importance the Heus gives in growing in India, and also testifies to the fact that the Heus is here to stay, and we are very keen to grow by serving you, our dealers and our farmers. हम स्पेशल धन्यवाद अपने ऑनर और सीईओ मिस्टर कून डिहूज को देना चाहेंगे। हालांकि उनकी सेकंड टाइम विजिट है इंडिया में, पहले बार वो 2015 में आए थे और हमारा बिजनेस 2017 में स्टार्ट हुआ था। तो बिजनेस स्टार्ट करने के 6 साल के बाद ये यहाँ आए हैं और ये उनका कमिटमेंट ये शो करता है कि हम बहुत सीरियस हैं इस मार्केट के लिए। और आप ये सोच सकते हो कि 2017 में ऑलरेडी बिजनेस स्टार्ट कर दिया था
और वो 6 साल बाद आए हैं, इसका मतलब उनको कितना ट्रस्ट है यहाँ के लोगों पे, उनको अपनी टीम पे और हमारे जितने भी पार्टनर्स हैं उन पर कितना भरोसा है। As many of you know, the Heus comes from the Netherlands, which is known across the world for its canals and its beautiful tulip flowers. It is also known for its windmills and cycle routes. But of course, it's most famous for its dairy industry and livestock, in which cheese varieties are legendary and exported all over the world. And maybe, as you know, Netherlands is the second largest exporter of agricultural products in the world. आप में से आप सभी नेदरलैंड के बारे में बहुत कुछ जानते हैं। नेदरलैंड ट्यूलिप फ्लावर की फार्मिंग के लिए, साइकिल की रूट के लिए, जो कैनाल्स हैं हर सिटी में वहाँ पर उसके लिए, और स्पेशली एग्रीकल्चर और डेयरी फार्मिंग के लिए जाना जाता है। करीबन आई थिंक दैट 80% ऑफ द और वर्ल्ड का टोटल 2% हम जो है एग्रीकल्चर प्रोड्यूस वहाँ से एक्सपोर्ट करते हैं। Focusing on Punjab, whatever I read or hear about Punjab, I must say I'm extremely impressed with its history and its culture. I believe that the border state is known as the sword arm of India for the valor your people have displayed over the centuries. It's also been a front-runner state in India with a spread across the world, and Punjabis have really built themselves a reputation of being hard-working and innovative people who have helped build local economies wherever they have gone. While Punjab is the dairy region in India with thousands of commercial farms, we are, of course, as the Heus, also going to serve other northern state regions. For instance, Haryana, which is a key poultry region, exporting broilers and eggs to nearby states. पंजाब के बारे में, पंजाब पर ध्यान केंद्रित करते हुए जब इन्होंने पंजाब के बारे में पढ़ा और सुना, तो इनका कहना है कि इसके पंजाब का इतिहास और इसकी संस्कृति से ये बेहद प्रभावित हैं, और इनका मानना है कि आप लोगों ने जो वीरता प्रदर्शित की है उसके कारण ये सीमावर्ती राज्य भारत के मजबूत कंधों के रूप में जाना जाता है। ये दुनिया भर में फैलने के साथ भारत में अग्रणीय राज्य रहा है। पंजाबियों ने अपने लिए कड़ी मेहनत करने वाले और नवोन्मेषी लोगों की प्रतिष्ठा बनाई है, जिन्होंने जहां भी वे गए हैं वहीं स्थानीय अर्थव्यवस्था बनाने में मदद की है। जबकि पंजाब हमारे वाणिज्य डेयरी फार्मरों के, कमर्शियल डेयरी फार्मर्स के साथ भारत में डेयरी का बहुत बड़ा योगदान है। हरियाणा जो नेबरिंग स्टेट है उसमें पोल्ट्री क्षेत्र में, और जो आसपास के राज्य हैं वो भी एनिमल फार्मिंग और लाइव स्टॉक इंडस्ट्री में काफ़ी आगे हैं। So all the northern states and many states in India are very rich in raw materials used in production of animal feed, with multiple crops per annum and a long tradition in farming. We are confident our products will find fertile ground to bring to farmers in all states we operate in additional knowledge and technology. Because for the Heus, it's not only about selling feed, but it's also really about bringing advancement to farmers and communities, having a positive impact on sustainable farming practices, increasing job opportunities, and working in partnerships with local suppliers, in short, powering progress. तो ये जो लोकेशन हमने चुनी है, ये इस वजह से कि ये पूरा जो नॉर्थ रीजन है, यहाँ पर जो लाइव स्टॉक फार्मिंग है, डेयरी, पोल्ट्री, स्वाइन, वो काफ़ी एडवांस है। प्लस यहाँ की एग्रीकल्चर लैंड बहुत फर्टाइल होने की वजह से सारे रॉ मटेरियल यहाँ अवेलेबल हैं, तो इसलिए हमने ये लोकेशन राजपुरा को चुना। प्लस हमारे ड्यूज़ के लिए सिर्फ ये नहीं है कि हमें यहाँ फीड बेचना है, बल्कि हमारा उद्देश्य ये है कि हम फार्मर्स के साथ और जितने भी इंडस्ट्री के पार्टनर हैं उनके साथ हमको एज ए पार्टनर के रूप में काम करना है, जिससे हम फार्मर्स की जो आर्थिक स्थिति है उसको सुधार सकें और बहुत सारे लोगों को हम रोज़गार, डायरेक्ट रोज़गार और इनडायरेक्ट रोज़गार प्रोवाइड करा सकें, जिसको हम हमारी कंपनी में पावरिंग प्रोग्रेस बोलते हैं। As country director of the Heus India, joining forces with Mr. Tanveer Ahmad, who has been our general director from day one, I feel very honored to be able to tell you about the story of the Heus since the beginning of its activities in India.
During our 6 years of presence in this region, producing animal feeds on rented feed mills, we believe we are yet to fully realize the potential of India, and in particular the great potential of the northern region, in driving accelerated growth in areas of animal husbandry and livestock. तो एज ए कंट्री डायरेक्टर ये बोल रहे हैं कि 2017 में हमने अपनी जर्नी स्टार्ट की थी और शुरू में हमारे लिए बहुत डिफ़िकल्ट था, बहुत ज़्यादा कन्फ्यूज़न था, क्योंकि बहुत ज़्यादा फीडबैक यहाँ से ये गया था इंडिया से कि इंडियन मार्केट जो है बहुत ही सस्ते उत्पादों की मार्केट है, तो आपके लिए कोई वहाँ पर जगह नहीं है। कंपनी ने यहाँ की जो लोकल टीम है उस पर ट्रस्ट किया और यहाँ बिजनेस स्टार्ट किया। तो बीच में बहुत सारी तकलीफ़ें आएँ, लेकिन हमें सारे रीजन के जितने भी फार्मर्स थे, जितने पार्टनर थे, या हमारे साथ जितने भी हमारे लोकल एम्प्लॉयज़ हैं, उन्होंने सबने हमें सपोर्ट करा। तो फाइनली आप देख रहे हैं कि 6 साल में हमारी जर्नी एक छोटे से एक ट्रक से स्टार्ट हो गए, आज हम कहाँ पहुँच गए। Currently, we have over 100 employees in the Heus India, and our current management team, consisting of Mr. Tanvir, Mr. Amit, Dave, Pooja, Santosh, Ruman, and Jay, we are committed to offer you the best-in-class quality feeds focused on your needs to increase milk production, for instance, to improve health of your animals, and also to achieve better reproduction. Next to our activities in Punjab, we have also started production in Assam, and we continue to look for opportunities to expand across India. अभी डीहूज इंडिया के डायरेक्ट 100 से ज़्यादा एम्प्लॉय हैं जो हमारी कंपनी में काम करते हैं, जिसमें से जो हमारी कोर टीम है उसमें मेरा नाम तनवीर है, मैं यहाँ जनरल डायरेक्टर हूँ। अमित जो मुझसे पहले आए थे कमर्शियल डायरेक्टर हैं, देव हमारे फाइनेंस मैनेजर हैं, पूजा, रुमान, जय मुर्गन और संतोष, ये हमारी कोर टीम है जो इस चीज़ के लिए कमिटेड है कि आपकी हमारे जो फार्मर्स हैं उनकी रिक्वायरमेंट के लिए जो प्रोडक्ट और सर्विसेज चाहिए, आपकी एनिमल की रिप्रोडक्शन, आपकी एनिमल की ईल्ड बढ़ाने के लिए, उसके लिए हम प्रतिबद्ध हैं। So it is with this enormous sense of respect for Punjab that our more than 100 years old company, the Heus, one of the top 10 animal feed companies in the world, has decided to make this large investment in this state to be part of the big diversification story which will achieve resounding success. तो ये पंजाब के लिए भी बहुत गर्व की बात है कि 100 साल से ज़्यादा पुरानी कंपनी जो दुनिया में अपने सेक्टर में 7वें नंबर पे आती है, उन्होंने पंजाब को अपना पहला इन्वेस्टमेंट के लिए पंजाब को चुना। और जैसे हमने इनको बताया कि हम इसको रंगला पंजाब कहते हैं, तो हमने पंजाब को पहले चुना, तो ये हमारे लिए बड़ी गर्व की बात है। So hence we stand here today to lay the foundation of our newly to be built state-of-the-art feed plant in Rajpura to produce quality animal feeds and to bring best farm practices to help you increase your earnings. The factory will have a total investment of more than 140 crore and will produce livestock products consisting of compound feed, concentrates, base mix and dairy mineral mixes. And we will have 2 dedicated lines with a total capacity of 240,000 metric ton. तो आज जैसे आप सभी जानते हैं, आज हम यहाँ पर इकट्ठा हुए हैं एक फैक्ट्री की, वर्ल्ड क्लास फैक्ट्री की नींव रखने के लिए, जिसमें टोटल कैपेसिटी 20,000 टन मंथ की होगी, जिसको 2,40,000 टन पर ईयर की हो गई। 2 डेडिकेटेड लाइन होंगी, एक लाइन डेयरी के लिए ताकि किसी तरीके का कंटामिनेशन ना हो एंटीबायोटिक्स या और किसी चीज़ का, और एक डेडिकेटेड लाइन होगी पिग फीड के लिए और पोल्ट्री के लिए। तो टोटल इन्वेस्टमेंट आपने सुना होगा 138 से लेके 145 करोड़ के बीच जैसे कहते हैं। तो असल में जो हमारा अप्रूवल है वो $17.5 मिलियन का है। तो उसके फॉरेक्स रोज चेंज होता है, उसकी वजह से इट इज कमिंग समवेयर अराउंड 138 से लेके 145 करोड़। और हम आपको इस बात का यकीन दिलाते हैं कि इस फैक्ट्री से जो हमारी 2 डेडिकेटेड लाइन होंगी, आपको बेस्ट प्रोडक्ट हम यहां से प्रोवाइड करा पाएंगे। So once again, the Heus has come to India to stay. We are a family business, and this is how we work in all the countries where we operate.
to grow constantly, but to also contribute to the progress of the country, its producers and local communities where we operate. So, starting in Punjab is only our first step, and as said, we have plans to grow further in India, focusing on growth in different species and regions. तो बहुत सारा जब हम 2017 से, जैसे मैंने बताया कि बहुत सारे चैलेंजेस थे, तो बहुत सारा मार्केट में इस तरीके का र्यूमर था कि हम जो है कुछ दिनों में बिजनेस बंद करके चले जाएंगे। तो आज ये इस चीज़ का प्रमाण है कि हम बंद करके नहीं जाने वाले हैं। यहाँ पर हम जो है हमेशा हमेशा के लिए रहने वाले हैं, और ये पहला प्लांट तो सिर्फ स्टार्टिंग है। बाकी इंडिया क्योंकि इतना बड़ा कंट्री है, हमारे आगे फ्यूचर में बहुत एग्रेसिव प्लान है। So, by closing my speech today, I want to highlight that all this work would not be possible without the help of you, the farmers and the dealers that are with us here today, who walk in the same direction with us and who identify with our purposes to help boost the progress of agribusiness. Dhonrabat, shukriya, and thank you very much for your attention. तो हमारी जो जर्नी यहाँ तक पहुँची है वो बिना हमारे फार्मर्स, बिना हमारे सप्लायर्स और हमारे डीलर हैं, इनके बिना सपोर्ट के यहाँ तक पहुँचना नामुमकिन था। उसके अलावा जो हमें पंजाब सरकार से या यहाँ के जितने भी बिजनेसमैन हैं, ऑफिसर्स हैं, उनकी सपोर्ट मिली है, तभी हम यहाँ तक पहुँचे हैं। तो उस सब के लिए हम बहुत बहुत आपका धन्यवाद देना चाहेंगे। बहुत बहुत शुक्रिया। तो रतगर ने जो बोला कंपनी के बारे में बहुत कुछ जो है आपने सुना। कुछ चीजें मैं यहाँ पर ऐड करना चाहूंगा। दो तीन चीजें, जैसे हमें बहुत सारे क्वेश्चन हमें कल से लोगों ने पूछे कि जब आपने इन्वेस्टमेंट करना था तो पंजाबी क्यों। तो उसके पीछे कई सारे रीजन थे। एक रीजन तो ये था कि हमने 2017 में इस नॉर्थ रीजन में स्टार्ट किया, तो हमने शुरू में ही राजपुरा लोकेशन सेलेक्ट की। उसकी वजह ये थी, एक तो रॉ मटेरियल साला यहाँ अवेलेबल है, दूसरा ये यहाँ की कनेक्टिविटी बहुत अच्छी है, ट्रांसपोर्ट बहुत अच्छा है, प्लस यहाँ से जितने भी बॉर्डरिंग स्टेट हैं, जितने भी स्टेट हैं नॉर्थ इंडिया के, उन सब के लिए हमें सप्लाई करना बहुत आसान था। दूसरा ये था कि जब 6 साल बाद हमने यहाँ पर सारी मेहनत करी तो हमें नॉर्थ इंडिया में कहीं ना कहीं तो इन्वेस्ट करना था। तो फिर पूछा कि भाई बाकी स्टेट में क्यों नहीं, पंजाब क्यों। तो मुझे लगता है इसका सबसे बड़ा प्रभाव ये है कि मुख्यमंत्री जी यहाँ बैठे हैं, इनकी सपोर्ट हमको इतना ज़्यादा अट्रैक्ट की कि हमको जो ऑफिशियल्स हैं, जो पंजाब इन्वेस्टमेंट के ऑफिशियल्स हैं, या जिस तरीके का कंफर्ट हमें पंजाब सरकार ने और ऑफिशियल्स ने प्रोवाइड कराया, तो हमें फिर दूसरे कोई थॉट सोचने की ज़रूरत ही नहीं पड़ी। तो इसलिए ये डिसीजन लिया। लेकिन हम ये वादा करते हैं कि अगले 5 सालों में हमारे और जितने भी स्टेट हैं, जितने भी रीजन हैं, वहाँ पर वो रहेंगे। उसके अलावा बहुत सारे लोग पूछते हैं हमसे कि इंडिया में इतनी सारी फीड मिल हैं, कोऑपरेटिव्स हैं, इतने सारे फार्मर खुद जानते हैं वो फीड बनाते हैं, आप लोगों से अलग कैसे हो। तो मैं 2-3 चीज़ें कहना चाहूँगा कि यहाँ पर जो हमारी डिफरेंट स्पीसीज हैं, डेयरी हो गई या पोल्ट्री हो गई या स्वाइन हो गया, उसमें सबसे बड़ा चैलेंज है वो लॉन्जिविटी का है। जैसे हम डेयरी की बात करें तो हमारे यहाँ जो सबसे बड़ा समस्या है वो गब्बन होने की है। अगर एनिमल 2 सूए के बाद, 2 लैक्टेशन ब्यात के बाद या 3 के बाद अगर वो जो है गब्बन नहीं हो पाता है, तो हमारे किसान भाइयों के पास उसकी कोई वैल्यू नहीं रहती। तो बीइंग ए डच कंपनी, डीहूज की इस चीज़ में एक्सपर्टाइज है कि अगर हम सही तरीके से कोई गाय और मज को अगर रख रखाव करते हैं तो उससे 10 सूए तक लिए जा सकते हैं। दूसरा हमारी जो एक्सपर्टाइज है डेयरी में वो ये है कि जो हमारा पट्ठा किसान के पास अवेलेबल है, क्योंकि जितने भी हमारे किसान हैं उनके पास कहीं ना कहीं एग्रीकल्चर का बैकग्राउंड है। तो एग्रीकल्चर के साथ शुरू से हमारी सदियों से ये एनिमल्स पालने का रिवाज रहा है। कुछ पहले मुर्गी रखते थे, कुछ गाय भैंस रख ली, तो चारा कहीं ना कहीं हमारे पास अवेलेबल रहता है। तो हमारी जो टेक्नोलॉजी है उसमें ये ध्यान करा गया है कि मेजर जो न्यूट्रिशन है वो चारे से मिले और हमारा फीड उस चारे को प्रॉपर तरीके से पाचन करने में सहायता करे। तो उसमें क्या है कि हमारे किसान भाइयों की कॉस्ट ऑफ प्रोडक्शन कम आएगी। इसी तरीके से हम मुर्गियों की बात करें तो मुर्गी में हमारा फोकस भी वही लॉन्जिविटी का। लेयर की बात करें तो हम बोलते हैं कि 100 हफ्तों में बिना मोल्डिंग के 500 अंडे अगर फार्मर सही तरीके से रियरिंग करता है वो ले सकता है। तो हमारा जो शुरू का फोकस है वो ये है कि उसके अंदर जो इम्यूनिटी है, जो उसकी रोग रोधक क्षमता है वो बन जाए। प्लस 2018 से हमने स्वाइन स्टार्ट करा और उसके पीछे एक रीजन था, बहुत सारे फार्मर पोल्ट्री के, डेयरी के रेटों की फ्लक्चुएशन होने की वजह से उन्हें अपने फार्म बंद करने पड़े।
तो उन्होंने पंजाब के लोग, जैसे आप जानते हो, दिलदार लोग हैं। इस एरिया में हरियाणा भी अगर आप इंक्लूड करेंगे, ज्यादातर लोग बाहर रहते हैं, तो कोई भी नई टेक्नोलॉजी, नए प्रोडक्ट आते हैं, उसको बहुत जल्दी अडॉप्ट करते हैं। तो स्वाइन फार्मिंग लोगों ने बोला चलो पोल्ट्री फार्म मैंने बंद कर दिया, मेरे पास फार्म पड़ा है, लेट्स कन्वर्ट इट इनटू द स्वाइन फार्म। और कोई भी कंपनी अगर आप देखोगे तो उस तरीके की प्रोडक्ट और सर्विसेज नहीं दे पा रही थी, तो डीयूज ने ये इनिशिएटिव लिया। आज के टाइम में अगर आप किसी भी पिग फार्मर से पूछेंगे तो डीयूज से बहुत ज्यादा सेटिस्फाइड है और डीयूज उसमें नंबर 1 है। तो उसमें भी हम काफी लोगों को सपोर्ट कर रहे हैं। तो मैं एक बार फिर आप सभी का जो है बहुत बहुत धन्यवाद देना चाहूंगा, और स्पेशली थैंक्स टू मुख्यमंत्री जी भगवत मान जी। थैंक यू वेरी मच। So, right, thank you so much, Mr. Taranveer Ahmed, for your valuable information. So, ladies and gentlemen, that was Mr. Radkar Audience, our Group Director of DHOS, and along with him, Mr. Tanveer Ahmed, our General Director of DHOS India. And now, proceeding further, every company always has an honor. So, ladies and gentlemen, now, in order to talk more about Royal DHOS, I'm going to call someone really special on the stage, the man behind the entire show. The man behind the success story of more than 100 years of the Royal DHOS, and the man behind this gathering. So everyone, allow me to call upon stage our honor and our CEO of the company. Ladies and gentlemen, put your hands together for Mr. Kun DHOS. Everybody all together, Mr. Kun DHOS, our honor and global CEO of Royal DHOS Group. And along with him, again, we have the privilege to welcome Mr. Tanveer Ahmed on the stage. So everyone, please let us zordar taaliyan, because he's not just the honor, he's our mentor. Ladies and gentlemen, thank you very much all for joining us here today. It is a pleasure for me to stand before you today. I'm grateful that I see so many farmers, dealers and business partners and colleagues who have been an integral part of our operations here in India. देवी और सज्जनों, मैं आप सबका बहुत बहुत धन्यवाद देना चाहूँगा कि आप इतनी बड़ी संख्या में यहाँ आए। हमारे फार्मर्स, हमारे डीलर्स, हमारे फैमिली मेंबर्स और हमारे एम्प्लॉय और सारे ऑफिसर्स। I'm especially delighted to welcome our esteemed guests of honor, His Excellency Honored Chief Minister of Punjab, Mr. Bhagwat Mann, and Her Excellence Ambassador of the Kingdom of the Netherlands to India, Nepal and Bhutan, Mrs. Marissa Gerards. Your presence here today is a statement to the significance of our mission and a clear sign how important this groundbreaking ceremony is, not only for our family business, but also for the Indian and Dutch government, and it also shows the support that we have received in the process to this day from the Indian and Dutch government. तो स्पेशल धन्यवाद, मैं स्पेशल धन्यवाद देना चाहूँगा मुख्यमंत्री जी मिस्टर भगवत मान जी और एम्बेसडर ऑफ किंगडम ऑफ नेदरलैंड मिस मरीसा गार्डस। तो ये आपका प्रेजेंस ये दर्शाता है कि ये ग्राउंड ओपनिंग सिर्फ एक फैक्ट्री की ग्राउंड ब्रेकिंग नहीं है, ये बहुत ज़्यादा इम्पोर्टेंट है इंडिया और डच गवर्नमेंट के रिलेशनशिप के लिए, उसके अलावा इस इंडस्ट्री के लिए तो ये बहुत ज़्यादा इम्पोर्टेंट है। Dear guests, I was raised and born 6,000 kilometers from here in the Netherlands, a country known for many things such as, Rutger already mentioned it, tulips, wooden shoes, a flat landscape, and beautiful blue skies with white clouds that look like giant mushrooms. But the country is also known for its efficiency, for its state-of-the-art farms, for being the second agricultural exporter in the world, and of course for the world-famous black and white high productive cows, the Holstein Friesians. तो इनका मेरा जन्म यहाँ से 6000 किलोमीटर दूर नेदरलैंड के एक कस्बे में हुआ था और वहीं मेरी परवरिश हुई। जैसा आपने रतगर से सुना कि नेदरलैंड ट्यूलिप के लिए, वहाँ की फ्लैट लैंड के लिए, साइकिल रूट्स के लिए जाना जाता है। और सबसे इंटरेस्टिंग यह है कि जो हमारी काली
और सफेद गाय है जिसको हॉलिस्टन फ्रीजन गाय बोलते हैं, HF गाय, वो भी नेदरलैंड की है। These favorable circumstances in the Netherlands and this history in farming has given our family and our company the chance to spread our wings, develop our company and become the global animal nutrition company we are today. This journey has led me and our company today here to the beautiful province of Punjab. तो नेदरलैंड एग्रीकल्चर का मुख्य देश होने की वजह से वर्ल्ड का सेकंड लार्जेस्ट एक्सपोर्टर है, और उसी की वजह से हमारी डिहूस फैमिली को और कंपनी को ये चांस मिला कि इस सेम फील्ड में इन्होंने ग्रो किया, और आज जो है इंटरनेशनल कंपनी है और दुनिया के टॉप 10 कंपनियों में से एक है। Many of you might already know the house and what we stand for, what we believe in and what we have to offer. Some of you might not yet know us and are hopefully eager to learn more about what the house has to offer. So let me tell you today about the house and our mission in India. The house is committed to improving farming practices, creating jobs and partnering with local suppliers and collaborators to contribute to sustainable farming and increasing food production and in rural development. So, जैसा आप बहुत सारे लोग जानते हैं डिहूस के बारे में, अगर मैं जो लोग नहीं जानते उनको बताना चाहूँ, इंडिया में हमारा डिहूस में क्या प्लान है। हम जो है सस्टेनेबल फार्मिंग में सपोर्ट करना चाहते हैं, प्लस हमारे जो यहाँ सप्लायर्स हैं उनके साथ एज ए पार्टनर काम करेंगे, हमारे जो डीलर्स हैं उनके साथ एज ए पार्टनर, और बहुत सारा रोजगार, डायरेक्ट रोजगार और इनडायरेक्ट रोजगार क्रिएट करेंगे। The development of agriculture and animal nutrition is the foundation of every strong nation because it provides work and income in the rural area and food for the whole nation. In essence, the house is here to power progress together with you in this great nation. किसी भी नेशन के लिए उसको स्ट्रांग होने के लिए एग्रीकल्चर और उसकी लाइव स्टॉक फार्मिंग बहुत ज़्यादा इम्पोर्टेंट है, क्योंकि वो लोगों को खाना, सबसे जो इम्पोर्टेंट चीज़ है खाना प्रोवाइड करती है, प्लस लोगों को इनकम देती है। तो हम उसी में यहाँ के जो फार्मर्स हैं या यहाँ के जो पार्टनर्स हैं उनके साथ कंट्रीब्यूट करके उसको आगे बढ़ाना चाहेंगे। We are driven by our aim to establish a strong local presence. We want to serve Indian farmers with the highest quality animal feeds and practical farming advice. We are proud of our Dutch heritage and our over 100 years experience. The house has been a trusted partner in animal nutrition for more than 4 generations now. And our family has been in the industry, in the milling industry, for more than 300 years. And we are counted to the top 100 global feed companies in the world. तो हम जिस ज्योग्राफी में भी काम करते हैं तो हमारा जो बेसिक प्रिंसिपल है वो ये है, ग्लोबल नॉलेज लोकल इम्पैक्ट। तो नॉलेज जो हमारी ग्लोबल नॉलेज है उसको हम लोकल के सर्कमस्टांसेस है, वहाँ किस तरीके के एनिमल है, किस तरीके का मौसम है, उसको ध्यान में रखते हुए बेस्ट क्वालिटी प्रोडक्ट और बेस्ट क्वालिटी सर्विसेज प्रोवाइड करते हैं। और हमें इस चीज़ का गर्व है कि हम 300 साल पुराना फैमिली का बैकग्राउंड है और हम इंडिया में जो है प्रेजेंस है हमारी। But we are not just about business. We are also dedicated to giving back to the society through our sustainability program. These program encompass areas like sustainable supply chain, and of course realizing feed for food, and also community development in the communities where we are active. Yeah. तो हमारा टारगेट सिर्फ बिजनेस करना नहीं है, बल्कि हम जिस भी ज्योग्राफी में बिजनेस करते हैं वहाँ की सोसाइटी को बैक भी करते हैं हमारे बहुत सारे CSR इनिशिएटिव के थ्रू, प्लस हम कंट्रीब्यूट करते हैं सस्टेनेबिलिटी में कि हम किस तरीके से सेफ फूड लोगों को प्रोवाइड करा सकते हैं। There are several compelling reasons that brought us to India. Of course, India is the most populated country in the world. However, India is the 8th largest animal feed market in the world and is expected to continue to grow at a remarkable rate.
The diverse Indian livestock landscape includes a substantial ruminant sector, of course focused mostly on dairy, as well as a large poultry industry and a promising prospect in the field of aquaculture. इंडिया में इन्वेस्ट करने के बहुत सारे रीज़न हैं। एक तो इंडिया नंबर 1 है पॉपुलेशन में। फीड अगर हम मार्केट में देखेंगे तो 8वें नंबर की सबसे बड़ी मार्केट है। प्लस यहाँ पर देखेंगे बहुत ज़्यादा डाइवर्सिफाई है, हर तरीके की फार्मिंग है, डेयरी की, पोल्ट्री की, स्वाइन की। अगर हम देखेंगे हमारे यहाँ सबसे ज़्यादा डेयरी एनिमल हैं, सबसे ज़्यादा दूध हम प्रोड्यूस करते हैं। ये बहुत सारे रीज़न हैं जिसमें हम भी चाहते थे कि हमारी भागीदारी भी रहे इस इंडस्ट्री को डेवलप करने में। Our experience built up over the past 6 years in India has given us the confidence that with our own factory now today, we can offer even better products to the market. Today we are thrilled to announce this first plant in India, of which we have laid the stone just yet. पिछले 6 साल का जो हमारा एक्सपीरियंस रहा उसकी वजह से हमको ये कॉन्फिडेंस आया कि आज हम पहला इन्वेस्टमेंट यहाँ राजपुरा में अनाउंस कर रहे हैं कि इंडिया के लिए हम सीरियस हैं और इंडिया हमारे लिए मार्केट है। We gather here today to lay the foundation for our state-of-the-art plant in Rajpura, which will produce high-quality animal feed and introduce best farm practices to help farmers increase their earnings and improve their livelihood. We want to emphasize that the Heus is here to stay in India and that our commitment to the growth of the country is unwavering. आज हम यहाँ पर अपनी पहली फैक्ट्री का नींव का पत्थर रखने के लिए इकट्ठा हुए हैं, जिससे हम हमारे फार्मर्स को और इंडस्ट्री को बेस्ट प्रोडक्ट और बेस्ट सर्विसेज प्रदान करा पाएंगे। और ये भी दर्शाता है कि हम इंडिया के लिए कितने सीरियस हैं और वी आर गोइंग टू स्टे हियर फॉर एवर। In conclusion, I want to express my sincere gratitude to everyone who has been supporting us so far and those who have joined us here today. I want to say a special thanks to our trusted employees for their commitment and hard work has made it possible today that we are here. I also want to say thanks to all our customers and partners that have given us their trust over the past years. Together, we can achieve remarkable progress in the Indian agriculture and we can make a lasting impact on the lives of farmers and communities. We are, as those, committed to do so. I hope you will follow me on this journey because I believe it will be a promising journey. Thank you very much. बात आखिर में यहाँ सारे लोग आए, आप सबका धन्यवाद देना चाहेंगे। खास करके हमारी जो फैमिली हैं, हमारे जो एम्प्लॉइज़ हैं, उन्होंने इस कंपनी को यहाँ तक पहुँचाने में बहुत सेक्रीफाइस किया। प्लस हमारे कस्टमर्स और हमारे पार्टनर, प्लस इस प्रोग्राम को सक्सेसफुल बनाने के लिए हमारे जितने भी ऑफिशियल्स हैं, सिक्योरिटी फोर्सेज हैं। और स्पेशल थैंक जो है भगवत मान जी को, हमारे मुख्यमंत्री जी को, कि उन्होंने आके इस प्रोग्राम में 4 चांद लगाई। और हम आगे भी ये उम्मीद करेंगे आप सभी से कि हम इस जर्नी के थ्रू बहुत सारे लोगों की लाइफ में चेंज लाना चाहते हैं, बहुत सारे लोगों की इनकम बढ़ाना चाहते हैं। आप उसमें हमारा साथ देंगे। बहुत बहुत धन्यवाद, शुक्रिया, थैंक यू। Thank you so much, sir, for the wonderful words. And now moving forward. Fantastic day it is. Amalgamation of so many culture, traditions, rituals under a single roof. Well, इससे पहले जो आपने performance देखी थी, that performance was showcasing all of us the culture and the true tradition of Punjab. Now, this performance जो हमने अभी देखी, it was showing us the true tradition and culture of Haryana. Punjab and Haryana, 2 neighboring states of our beautiful country, India. So now, and of course, here we have people from outside India also, our dignitaries from Netherlands, from Vietnam, and of course we have people from Gujarat, from Rajasthan. So amalgamation of so many cultures, traditions, arts and rituals under a single roof, and that is possible just because of Royal G Horse, everyone. So now, आगे बढ़ते हैं और आगे बढ़ते हुए proceeding further, it is my again privilege to call upon stage and other important dignitary among us. So ladies and gentlemen, allow me to call upon stage and please put your hands together for our Netherlands ambassador, Marisa Khare. Everyone, please put your hands together for Marisa Khare.
And I request all of you, please be more louder. Marisa Khare. And along with Marisa Khare, again we have Mr. Tanveer Ahmed. Thank you, sir, for joining us again. Namaskar, Sat Shri Akal to everybody. Honorable Chief Minister, Mr. Bhagwan Mann, it's such an honor to meet you, to be here together with you, to be here together with the Honorable Member of your Parliament, Mrs. Nina Mittal as well, and your whole team who have been so welcoming and have been so helpful in organizing everything for us. So thank you so much for that. And let me also, Mr. CEO, Mr. Koen de Heus, with your team, with Rutger Oudmans, with Tanveer, your team, you made it all possible. Your decision to invest here in this country is, I think, really a milestone for me and for the Punjab. सत श्री अकाल, नमस्कार। सबसे पहले तो बहुत ज़्यादा इस बात की खुशी है कि माननीय मुख्यमंत्री जी हमारे बीच पधारे हैं, और मैं धन्यवाद करना चाहूँगी हमारे जितने भी DHUS के ऑफिसर्स हैं, हमारे लोकल MLAs हैं, और जितने भी लोग यहाँ प्रेजेंट हैं। बहुत बहुत धन्यवाद आपका। And also a warm welcome to all the farmers who are here with us today. I don't only want to welcome you, but I also want to thank you, because you feed us on a daily basis, and I understand that you are the football here in the Punjab of this country. So I think that I and my husband on a daily basis in New Delhi, I think we are eating your products. Thank you for that. Shukriya. स्पेशल स्वागत और धन्यवाद देना चाहेंगे हमारे सभी फार्मर्स का, जो सभी के लिए खाना प्रोड्यूस करते हैं। इवन ये बोल रही हैं, मैं दिल्ली में अपने हस्बैंड के साथ जो खाना खाती हूँ वो भी शायद आप लोगों का ही प्रोड्यूस करा हुआ होता है। So it's an honor and a pleasure to be here today at this groundbreaking ceremony for the new feed company of the Heus here in Raipura in beautiful Punjab. And it makes me proud as the new ambassador to the Netherlands, because I only arrived 6 weeks ago together with my husband, to see how Dutch companies can make a difference. The Netherlands are market leaders in the whole chain of the dairy sector, horticulture, potato sector, with technology, with knowledge, to share how to make agriculture more productive and more sustainable. So I'm very proud to welcome this company here in the Punjab. हालांकि एज ए एम्बेसडर यहाँ इंडिया आए हुए सिर्फ 6 हफ्ते हुए हैं, और ये इनके लिए बहुत गर्व की बात है कि 6 हफ्तों में ही एक नेदरलैंड की एक बड़ी कंपनी यहाँ उस कंपनी की ग्राउंड ब्रेकिंग में इन्होंने भाग लिया। जैसा कि आप जानते हैं कि नेदरलैंड अपने एग्रीकल्चर, डेयरी फार्मिंग के लिए, प्रोसेसिंग के लिए, सस्टेनेबिलिटी के लिए जाना जाता है। तो यहाँ आके और ये सारी प्रोग्रेस देखे कि हम किस तरीके से इंडियन फार्मर और डच कंपनीज वहाँ से टेक्नोलॉजी शेयर करके कैसे प्रोग्रेस करना चाहते हैं। Before I was posted as ambassador in South Africa, and I got to know already the company, the family company, the Heus, when I was working there. And through my 4 years in South Africa, I could already see the global leadership of this company. I could see that they have this drive to innovate, the quality of their product, but also their willingness to actually share knowledge and expertise with farmers. इससे पहले ये साउथ अफ्रीका में एम्बेसडर थी। साउथ अफ्रीका में भी DHUS का बहुत बड़ा बिजनेस है, तो ये ऑलरेडी कंपनी के बारे में जानती हैं कि कंपनी किस तरीके से इनोवेशन में किस तरीके से काम करती है और कैसे अपनी नॉलेज और एक्सपर्टाइज है वो फार्मर्स के साथ शेयर करती है, ताकि फार्मर्स की भी कंपनी के साथ प्रोग्रेस हो। Thank you, Mr. Chief Minister, for the meeting that we had yesterday. I could really see your commitment to agriculture, to the farmers, and also to see how we can build or expand the dairy sector here in the Punjab. And I could also witness that this is really, I think, the beginning of a very strong partnership between the Punjab and the Netherlands. Thank you. शुक्रिया। तो मैं इस बहुत बहुत धन्यवाद देना चाहूँगी
मुख्यमंत्री श्री भगवत मान जी का कि कल इनके साथ मीटिंग हुई तो इन्होंने अपना हमको भरोसा दिलाया कि एग्रीकल्चर में, लाइव स्टॉक में जितनी भी वहाँ से टेक्नोलॉजी के साथ कोलैबोरेशन होगा उसमें इनकी सरकार पूरा हमको सहयोग देगी। And I want to say a few words to the farmers, and apologies for not speaking your language yet. Maybe I have 4 years, maybe next time I can address you a little bit more in your own language. But I wanted to address you because I realized that you went through challenging times, that you had to cope with many crises. You first had COVID, which of course was a big blow for the dairy sector, as your main customers were all closing down. The restaurants who use your milk, the tea houses where you can get your lovely chai, and that must have been really very difficult for you. And when finally COVID left us and we could open up again, we could see that there was a sharp increase in prices of animal feed, and there were other illnesses and sicknesses, diseases infecting your livestock that were giving you trouble. स्पेशली ये फार्मरों से जो है संवाद करना चाहेंगी। हालांकि ये लोकल लैंग्वेज नहीं बोल पाती हैं क्योंकि अभी 6 हफ्ते हुए हैं, लेकिन ये बोल रही हैं कि मुझे उम्मीद है जब मैं यहाँ 4 साल रहूँगी तो कुछ हिंदी शायद मैं सीख पाऊँगी और हिंदी में आपसे वार्तालाप कर पाऊँगी। फार्मर किसी भी इकोनॉमी का आप लोग उसकी बैकबोन हो, क्योंकि फूड सिक्योरिटी आप ही इंश्योर करते हो। लेकिन जिस तरीके के 2-3 साल पहले हालात रहे, पहले कोविड की वजह से बहुत सारी तकलीफ़ों से गुजरना पड़ा, फिर हमारे डेयरी फार्मर्स में लंपी स्किन डिजीज़ आ गया, उससे गुजरना पड़ा। तो मैं समझती हूँ कि आप कितनी जो है परेशानियों से आगे गुजरे हैं। लेकिन एक खूबी होती है कहीं के भी फार्मर हो दुनिया के, कि वो कभी हिम्मत नहीं हारते। तो जिस तरीके से आपने भी कभी हिम्मत नहीं हारी। But yes, they did so well. But just to add a few more words to the farmers, because I admire your resilience and your hard work, because although you had all these challenges to overcome, you made Punjab the state in India with the highest per capita availability of milk, with a good population of crossbreed cattle. You did that, although you had so many crises to overcome. And now we can see that farmers, together with the leadership also of the Chief Minister and his staff, this state Punjab is turning into a model state of dairy in India. So congratulations, really, well done. इस सब समस्याओं के बावजूद मैं आप फार्मरों को सलाम करना चाहूँगी कि किस तरीके से आपने यहाँ का जो मिल्क प्रोडक्शन है वो पर कैपिटा सबसे ज़्यादा है कंट्री में। जो आपकी ब्रीड है स्पेशली पंजाब की, इस रीजन की और रीजन से बहुत अच्छी है, लेकिन इस पे पंजाब की किस तरीके से आपने इम्प्रूव किया। और मैं ये उम्मीद करती हूँ कि मुख्यमंत्री जी के नेतृत्व में इस स्टेट को आप मॉडल स्टेट के रूप में विकसित कर पाएंगे। And I think it's this spirit, but I don't know CEO De Heus, I think this spirit, I think it also convinced you to set up this factory here in the Punjab, because that's what you need. And I think now De Heus can be your partner in the livestock chain to support you to improve the yields of your livestock, the health of your cattle, to optimize your cost of production, and they will be here to think along with you, to share their knowledge and expertise and make you succeed. इन्हीं सब खूबियों की वजह से आप देख रहे हैं कि डीहूज ने ये डिसाइड किया कि यहाँ पंजाब में इन्वेस्ट करने के लिए, और फ्यूचर में सिर्फ फीड ही नहीं, हम जैसे पहले भी बताया कि हम सिर्फ फीड का ही वो कंपनी, ये डीहूज कंपनी सिर्फ फीड का ही नहीं, आपको ब्रीडिंग में, प्रोसेसिंग में, सस्टेनेबिलिटी में, सब में आगे एज ए पार्टनर काम करेगी। And so I do hope that this major investment by De Heus in the Punjab will be the start of many other companies who will follow their example, and many other Dutch companies who will find their way to the Punjab, to India. And I want to wish Family De Heus, their team, all their employees, the retailers, I want to wish them lots of success. I want to thank you for spreading your wings and landing here in India, for building this new feed factory. And I can only hope that I can return one day soon to be here for the opening of your plant. So thank you very much. Shukriya. डीहूज के इन्वेस्टमेंट की वजह से जो दूसरी डच कंपनी है उनको भी ये कॉन्फिडेंस मिलेगा
कि ये राइट प्लेस है इन्वेस्टमेंट करने के लिए। तो आगे फ्यूचर में ऐसी बहुत सारी अपॉर्चुनिटी आएंगी जो दूसरी डच कंपनी है इस सेक्टर में या दूसरे एग्रीकल्चर से रिलेटेड सेक्टर हैं उसमें इन्वेस्ट करेंगे। और मैं उम्मीद करती हूँ कि बहुत जल्दी हम जो यहाँ फैक्ट्री लगेगी उसकी जो ओपनिंग सेरेमनी होगी उसमें भी साथ इकट्ठा होंगे। एक बार फिर आप सभी का टाइम देने के लिए बहुत बहुत धन्यवाद। थैंक यू। Well, ladies and gentlemen, that was Marisa Kharer, our Netherlands ambassador. Thank you, Marisa Kharer, for visiting India and gracing this event today. So, all right, ladies and gentlemen, slowly, we are coming to the conclusion of this day. But before we conclude this day, as we always say, that we always save the best for the last. Yes, please hear my words again, rehear my words again, that we always save the best for the last. The best one is yet to hear. But before that, I request all of you to please take your seats as soon as possible. Some people are already seated, but जो लोग अभी तक सीट पर नहीं बैठते हैं, वहां पर मैं देख सकती हूँ people standing at the back side. Please take your seats as soon as possible and please maintain the decorum, because everyone, now we are going to call, and whom we are going to call, I think Vijay. जी हाँ, हुण मैं बहुत माण महसूस करता है जी हाँ स्टेज ਤੇ ਬੁਲਾਉਣ ਲਈ, ਪਰ ਉਸ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਕਿ ਸਾਰੇ ਪਿੱਛੇ ਇੱਕ ਵਾਰ ਬੈਠ ਜਾਣ। ਰਿਕੁਐਸਟ ਹੈਗੀ ਜੀ ਬਿਕੋਜ਼ ਹੁਣ ਅਸੀਂ ਸਟੇਜ ਤੇ ਸੱਦਾ ਦੇਣ ਜਾ ਰਹੇ ਹਾਂ ਜੀ, ਔਰ ਅੱਜ ਦੀ ਇਸ ਜਿਹੜੇ ਦਿਨ ਨੂੰ ਹੋਰ ਸ਼ੁਭ ਕਰਨ ਲਈ ਮੈਂ ਸਾਡੇ ਮਾਣਯੋਗ ਜੀ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਟੇਜ ਤੇ ਆਣ ਤੇ ਅੱਜ ਦੇ ਇਸ ਦਿਨ ਦਾ ਜਿਹੜਾ ਸ਼ੁਭ ਕਰਮ ਜਿਹੜਾ ਅਸੀਂ ਕਰਿਆ ਜੀ ਨੀਂਹ ਰੱਖੀ ਆ, ਔਰ ਇਸ ਪਲਾਂਟ ਦੀ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਬਹੁਤ ਧੰਨਵਾਦ ਕਰਦੇ ਇਹਨਾਂ ਦਾ ਆਉਣ ਤੇ, ਜ਼ੋਰਦਾਰ ਤਾੜੀਆਂ ਜੀ। बहुत बहुत शुक्रिया, बहुत बहुत मेहरबानी। अज दे इस बहुत ही खुशी के दिहाड़े ते मैं जिथे पंजाब के वख-वख इलाके तो आए हुए किसान, डीलर्स, बिजनेस पार्टनर्स, उन्हों का पंजाब की धरती ते स्वागत करदा। उत्थे मैं नीदरलैंड के एंबेसडर जो हुणे बोल के गए ने, हर हाइनेस बहुत बहुत वेलकम। बहुत ही फर्टाइल लैंड है, गुरुओं की धरती है, ब्लेस्ड पीपल, वेरी हार्ड वर्किंग पीपल ऑफ पंजाब। सो आई वेलकम द ओनर एंड CEO of Royal Tea House, Mr. Cohen Tea House, Mr. Gabber Fluid, CEO Asia Royal Tea House, Mr. Rutger Orzen, Business Group Director, and Mr. Tanveer Ahmed, Business Group Director, India. दोस्तों, आज तो 1.5 साल पहला तुसी जिम्मेवारी पंजाब दी सानू दिती। साडे 2 चुने हुए MLA मिसिज नीना मित्तल, गुरलाल सिंह घनौर वो बैठे ने। तो उदों मैं कल कही सी कि पंजाब दे विच जिहड़े रुस के चले गए इंडस्ट्री वाले वो भी लेके आने ने, नवे भी लेके आने ने, जिहड़े इत्थे काम जिन्हां दे नहीं चल रहे उन्हां दे काम भी चलाने ने। तो मैं कहा सीगा कि बाहरले मुल्कां दीयां कंपनियां इत्थे आउणगियां, उदों शायद कुछ बंदे मजाक समझदे सी। मैनूं हुणे मैसेज आया, गुरलाल ने पढ़ाया इस इलाके की, क्योंकि बोली जिहड़ी है पुआध दी बोली है, वो कहंदा कि मान साहब धन्नवाद, हमारे इलाके में गोरे आ गए। सो you are welcome here
People are very happy to see you here. ਇਹ ਕੈਟਲ ਫੀਡ ਕੰਪਨੀ ਹੈ। ਇਹਨਾਂ ਨਾਲ ਕਦੋਂ ਗੱਲ ਹੋਈ, ਮੈਂ ਥੋੜਾ ਬੈਕਗ੍ਰਾਉਂਡ ਦੱਸ ਦਿੰਦਾ। ਅਸੀਂ ਦਿੱਲੀ ਦੇ ਵਿੱਚ ਐਂਬੈਸਡਰਸ ਮੀਟ ਕੀਤੀ ਇਨਵੈਸਟ ਪੰਜਾਬ ਵੱਲੋਂ। ਸਾਰੇ ਸਾਡੇ ਆਫੀਸਰਸ ਬੈਠੇ ਨੇ, ਖਰਬੰਦਾ ਸਾਹਿਬ ਬੈਠੇ ਆ, ਸਾਰੇ ਸਾਡੀ ਡਿਸੀਜਨ ਮੇਕਿੰਗ ਟੀਮ ਇਨਵੈਸਟ ਪੰਜਾਬ ਦੀ। ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ। ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਜੀ ਨਹੀਂ ਕਰੂਗਾ। ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ, ਜਿਹੜਾ ਇੱਥੇ ਆ ਗਿਆ ਜਿਹਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ। ਕਿਉਂਕਿ ਸਾਡਾ ਤਾਂ ਚਾਹੇ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਵੇ, ਤੁਰਕੀ ਦੇ ਵਿੱਚ ਅਰਥਕੁਏਕ ਆ ਜੇ, ਭੁਚਾਲ ਆ ਜੇ, ਸੀਰੀਆ 'ਚ ਲੜਾਈ ਚੱਲਦੀ ਹੋਵੇ, ਬਾਕੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਪਹੁੰਚਣ ਨਾ ਪਹੁੰਚਣ, ਸਾਡਾ ਲੰਗਰ ਜ਼ਰੂਰ ਲੱਗ ਜਾਂਦਾ ਸਾਡਾ ਪੰਜਾਬੀਆਂ ਦਾ। ਕਿਉਂਕਿ ਵੀ ਆਰ known for our hospitality. Once again, I welcome you. And Punjabis are global citizens. Punjab is the only state which have franchise. There's 2-3 Punjabs in Canada, 2-3 Punjabs in UK, like London, Birmingham, Leicester. There are lots and lots of people from Punjab living in Amsterdam, Rotterdam, Brussels, Hasselt, Oslo, Stockholm, Italy. On the other side of the world, Sydney, Melbourne, Perth, Hamilton, Auckland. So Punjabis are global citizens and very hard-working people. So कुदरत दा संजोग देखो, 6 हफ्ते पहला अंबैसडर बने ने नीदरलैंड के, किंगडम ऑफ नीदरलैंड के अंबैसडर। 6 हफ्ते पहला उन्होंने अपॉइंटमेंट हुई है और उन्होंने दिल्ली तो पहला टूर पंजाब का है कि मैं दिल्ली तो बाहर सिर्फ पंजाब च पहली बार कल आए ने, कल मिल के भी गए ने। ते कुदरत का संजोग देखो, जो मैं कलाकार के तौर पर हिट हो गया, तुसी मैनू प्यार देता पंजाबियों ने। 1994 च मेरा पहला इंडिया तो बाहर का टूर हॉलैंड का सी। हॉलैंड, बेल्जियम, लक्समबर्ग, फ्रांस। असी उदों सरदूल सिकंदर जी, अमर नूरी जी वो परफॉर्म कर गए सी। सो कई बारी संयोग कोई जुड़ जाते हैं। एक गल मैं तुहानू पंजाबी बैठे है, एक गल मैं तुहानू दसनी चाहना, जिहड़े लोग ने खास तौर पर यूरोप के लोग ने, दे ओन्ड द फैमिली बिजनेस। 300 साल तो रॉयल्टी हाउस एंड 4th जनरेशन साढ़े सामने बैठी है। 4थी पीढ़ी, 5वीं पीढ़ी तैयार है। ये बहुत विश्वास, जिथे विश्वास इन्हां दा बन गया उत्थे छड्डदे नहीं फिरे, जिथे विश्वास टुट गया उत्थे दोबारा जांदे नहीं। मैं जर्मनी गया, म्यूनिख गया, बर्लिन गया, उत्थे भी यही गल करदे सी। पहला डरदे सी, कहंदे साडे नाल इंडिया च धोखे हो गए। जर्मनी दी कंपनियां कहंदियां चीटिंग हो गई साडे नाल। मैं कहा भी तुसी पहला हो गई, हुण आके देखो, हुण असीं नवां माहौल देवांगे। मैनूं दसदियां खुशी हो रही है, साडे कोले इस वक्त जर्मनी दी कंपनियां वर्वियो, लहरेगागे कोले पिंड है भुटाल, वर्वियो कंपनी है, पराली तो बिजली बनाउंदे ने। पूरे लहरेगागे दे 50,000 एकड़, 50,000 एकड़ दे विच पराली दा तीला भी सड़न नहीं देंदे हो। वर्वियो कंपनी आ गई। मोरिंडे तो जाओगे, क्लास कंपनी, क्लास कंबाइना बनाउंदी है। क्लास दे बिल्कुल नाल फ्रैडनबर्ग है, जिहड़ी सेंसर बनाउंदी है बहुत मर्सिडीज वगैरह दी गड्डियां दे। तो उहदे नाल हुण विश्वास बन गया। विश्वास नाल रॉयल्टी हाउस आ गया, रॉयल्टी हाउस दे विश्वास नाल होर कंपनियां आउणगियां। कदे भी बिजनेसमैन जिहड़ा इंडस्ट्रीलिस्ट है वो माड़े हालातां दे विच जे स्टेट होवे ना, इंडस्ट्री नहीं उत्थे जांदी। ये अपना एक सबूत है कि 1.5 साल तो जिहड़ा आपां रंगला पंजाब सोच रहे हैं, ये भी उहदा एक रंग है
ਜਿਹੜਾ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਅੱਜ 1 ਅਕਤੂਬਰ ਨੂੰ ਇੱਥੇ ਆਪਾਂ ਇਕੱਠੇ ਹੋਏ ਹਾਂ। ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਕੰਪਨੀ ਲਈ, ਰਾਇਲਟੀ ਹਾਊਸ ਲਈ। ਔਰ ਜਿਸ ਕੰਮ ਲਈ ਇਹ ਇੱਥੇ ਆਏ ਨੇ ਉਹ ਆਪਣੇ ਨਾਲ ਬਿਲਕੁਲ ਮੈਚ ਕਰਦਾ ਹੈ। ਜ਼ਿਮੀਂਦਾਰਾਂ ਦੇ ਪਰਿਵਾਰਾਂ ਚੋਂ ਬਹੁਤ ਸਾਰੇ ਲੋਕ ਆਪਾਂ ਪਲਾਨ ਕਰਦੇ ਹਾਂ ਕਿੰਨਾ ਰਾਈਸ ਲਾਉਣਾ ਹੈ, ਕਿੰਨੇ ਚੌਲ ਲਾਉਣੇ ਨੇ, ਕਿੰਨੇ ਕਿੱਲੇ ਗੰਨਾ ਬੀਜਣਾ ਹੈ। ਪਰ ਇਹ ਪੱਕਾ ਹੁੰਦਾ ਹੈ, ਹੋ ਸਕਦਾ ਚੌਲ ਘੱਟ ਵੱਧ ਜਾਣ, ਗੰਨਾ ਨਾ ਲਾਈਏ, ਮਿਰਚਾਂ ਲਾ ਲਈਏ, ਪਰ ਨਾਲ ਆਪਾਂ ਕਹਿੰਦੇ ਪਸ਼ੂਆਂ ਵਾਸਤੇ, ਚਾਰੇ ਵਾਸਤੇ ਆ ਜਗ੍ਹਾ ਜਿਹੜੀ ਹੈ ਉਹ ਰੱਖਣੀ ਹੈ। ਕਿਉਂਕਿ ਖੇਤੀ ਤੋਂ ਬਾਅਦ ਜਿਹੜਾ ਪਸ਼ੂ ਧਨ ਹੈ ਨਾ, ਉਹ ਬਿਲਕੁਲ ਮੈਚ ਕਰਦਾ, ਬਰਾਬਰ ਹੈ ਉਹਦੇ। ਮੈਂ ਬਹੁਤ ਦੇਰ ਤੋਂ ਇਸ ਗੱਲ ਦਾ ਮੇਰੇ ਦਿਲ 'ਚ ਹੈ ਕਿ ਕਿਸਾਨ ਨੂੰ ਕੱਲੀ ਖੇਤੀ ਤੇ ਨਹੀਂ ਰਹਿਣਾ ਚਾਹੀਦਾ। ਜੇ ਉਹਨੂੰ ਤੁਸੀਂ ਸਹਾਇਕ ਧੰਦੇ ਦੇਣੇ ਨੇ ਤਾਂ ਉਹ ਸਹਾਇਕ ਧੰਦਿਆਂ ਦੀ ਕੰਪਨੀ ਲੱਗੀ ਹੋਵੇ, ਪ੍ਰੋਸੈਸਿੰਗ ਹੋਵੇ, ਫੂਡ ਪ੍ਰੋਸੈਸਿੰਗ ਹੈ, ਉਹਦੀਆਂ ਫੈਕਟਰੀਆਂ ਲੱਗੀਆਂ ਹੋਣ, ਤਾਂ ਕਿ ਉਹਨੂੰ ਜੇ ਹਰ ਰੋਜ਼ ਜਾਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਕਿਸੇ ਹੋਰ ਪਾਸਿਓਂ ਵੀ ਪੈਸੇ ਆਉਂਦੇ ਹੋਣ, ਇਨਕਮ ਹੋਵੇ, ਤਾਂ ਉਹ ਟੋਟਲੀ, ਜਿਵੇਂ ਅੱਜ ਐਤਕੀ ਹੜ੍ਹ ਆ ਗਏ ਜਾਂ 4 ਘੰਟੇ 2 ਘੰਟੇ ਅੱਧੇ ਘੰਟੇ ਦੀ ਬੇਮੌਸਮੀ ਬਰਸਾਤ, ਉਹਦੀ ਸਾਰੀ ਕਬੀਲਦਾਰੀ ਲੀਹ ਤੋਂ ਲਾ ਦਿੰਦੀ ਹੈ, ਕਿਉਂਕਿ ਕੱਲੀ ਉਹ ਖੇਤੀ ਤੇ ਡਿਪੈਂਡਡ ਹੁੰਦਾ ਹੈ। ਜੇ ਨਾਲ ਕੋਈ ਐਕਸਟਰਾ ਇਨਕਮ ਹੋਵੇ ਤਾਂ ਫਿਰ ਉਹ ਉਹਨਾਂ ਬੋਝ ਜਿਹੜਾ ਨਹੀਂ ਪੈਂਦਾ ਜਿੰਨਾ ਜਿਹੜਾ ਉਹ ਕੱਲੀ ਫਸਲ ਤੇ ਡਿਪੈਂਡਡ ਹੋ ਕੇ ਪੈਂਦਾ। ਸੋ ਸਾਡੀ ਜਿਹੜੀ ਇੰਡੀਆ ਹੈਜ਼ ਦ ਲਾਰਜੈਸਟ ਕੈਟਲ ਪਾਪੂਲੇਸ਼ਨ ਇਨ ਦ ਵਰਲਡ। ਤੋ ਕੰਪਨੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਅਸੀਂ ਹੋਰ ਜ਼ਿਆਦਾ ਜਿਹੜਾ ਦੁੱਧ ਉਹ ਪ੍ਰੋਡਿਊਸ ਕਰਨ 'ਚ ਹੈਲਪ ਕਰਾਂਗੇ। ਸਾਡੇ VC ਆਏ ਨੇ, ਵਾਈਸ ਚਾਂਸਲਰ PAU ਦੇ, ਉਹ ਬਹੁਤ ਆਪ ਖੁਦ ਬਹੁਤ ਵੱਡੇ ਸਾਇੰਟਿਸਟ ਨੇ ਟਿਸ਼ੂ ਕਲਚਰ ਦੇ। ਸੋ ਅਸੀਂ ਇੱਥੇ ਸਾਡੇ ਕੋਲ ਰॉ ਮਟੀਰੀਅਲ ਵੀ ਹੈ। ਇਹਨਾਂ ਨੇ ਹੁਣ 142 ਕਰੋੜ ਰੁਪਈਆ ਇੱਥੇ ਲਾਉਣਾ ਹੈ। 200 ਤੋਂ 300 ਮੁੰਡੇ ਕੁੜੀਆਂ ਨੂੰ ਤਾਂ ਡਾਇਰੈਕਟ ਰੋਜ਼ਗਾਰ ਮਿਲੂਗਾ, ਇਨਡਾਇਰੈਕਟ ਜਿਹੜਾ ਹੋਊਗਾ 1000, ਘੱਟੋ ਘੱਟ 1000 ਬੰਦੇ ਨੂੰ ਕੰਮ ਮਿਲੂਗਾ। 142 ਕਰੋੜ ਰੁਪਈਆ ਅੱਜ ਇੱਥੇ ਲਾ ਰਹੇ ਨੇ। ਸਾਡੇ ਕੋਲੇ ਅਮਰੀਕਾ ਦੀ ਕੰਪਨੀ ਹੈ ਕਾਰਗਿਲ, ਉਹ ਵੀ ਇੱਥੇ ਆ ਰਹੀ। ਸਾਊਥ ਕੋਰੀਆ ਦੀ ਕੰਪਨੀ ਹੈ ਸੰਜਿਨ, ਉਹ ਵੀ ਇੱਥੇ ਆ ਗਈ। ਟਿਵਾਣਾ ਆਇਲ ਮਿਲਸ ਹੈ ਫਤਿਹਗੜ੍ਹ ਸਾਹਿਬ 'ਚ। ਸਨਾਤਨ ਟੈਕਸਟਾਈਲ ਆ ਰਹੀ ਹੈ ਫਤਿਹਗੜ੍ਹ ਸਾਹਿਬ, ਆਪਣੇ ਮੈਕਡੋਨਲਡਸ ਦੇ ਬੈਕ ਸਾਈਡ ਤੇ ਉਹਨਾਂ ਨੇ ਜ਼ਮੀਨ ਲਈ ਹੈ। ਟਾਟਾ ਸਟੀਲ ਸੈਕੰਡ ਬਿਗੇਸਟ ਪਲਾਂਟ ਆਫਟਰ ਜਮਸ਼ੇਦਪੁਰ। ਟਾਟਾ ਸਟੀਲ ਦਾ ਲੁਧਿਆਣੇ ਦੇ ਵਿੱਚ ਕੰਮ ਚੱਲ ਰਿਹਾ ਹੈ। 20-25 ਅਕਤੂਬਰ ਦੇ ਵਿੱਚ ਉਹਦਾ ਵੀ ਜਾ ਕੇ ਮੈਂ ਉਦਘਾਟਨ ਕਰਨਾ ਹੈ। ਟਾਟਾ ਸਟੀਲ ਸੈਕੰਡ ਬਿਗੇਸਟ ਇਨ ਇੰਡੀਆ ਆਫਟਰ ਜਮਸ਼ੇਦਪੁਰ। ਇਹ ਲੋਕ ਆ ਰਹੇ ਨੇ ਆਪਣੇ ਕੋਲ, ਇਹ ਕੰਮ ਦੇਣਗੇ। ਇਹ ਲੋਕ ਜਿਹੜੇ ਨੇ ਇਹ ਬਿਜ਼ਨਸ ਕਰਦੇ ਆ, ਟੈਕਸ ਦਿੰਦੇ ਆ, ਸਰਕਾਰ ਨੂੰ ਰੈਵਨਿਊ ਆਉਂਦਾ। ਕੋਈ ਪੋਲੂਸ਼ਨ ਦੇ ਜਾਂ ਕੋਈ 에ਅਰ ਪੋਲੂਸ਼ਨ ਜਾਂ ਪਾਣੀ ਦਾ ਪੋਲੂਸ਼ਨ ਤਾਂ ਸੋਚ ਹੀ ਨਹੀਂ ਸਕਦੇ। ਹਾਲੈਂਡ, ਐਮਸਟਰਡਮ ਜਿਹੜਾ ਉਹ ਸ਼ਹਿਰ ਹੈ ਜਿੱਥੇ ਹਰ ਗਲੀ ਦੇ ਵਿੱਚ ਨਹਿਰ ਹੈ। ਗਲੀਆਂ ਨਹੀਂ ਹੈਗੀਆਂ, ਨਹਿਰ ਹੈ, ਸਮੁੰਦਰ ਲੈਵਲ ਤੋਂ ਥੱਲੇ ਹੈ। ਸੋ ਤੁਹਾਨੂੰ ਕਿਸ਼ਤੀਆਂ ਵੀ ਜਾਣਾ ਪੈਂਦਾ। ਇਹ ਤਾਂ ਪਾਣੀ ਦੇ ਵਿੱਚ ਇੱਕ ਕੋਈ ਕਾਗਜ਼ ਦਾ ਟੁਕੜਾ ਵੀ ਸੁੱਟ ਦੇ, ਉੱਤੇ ਭਾਰੀ ਜੁਰਮਾਨੇ ਹੁੰਦੇ ਆ ਇਹਨਾਂ ਮੁਲਕਾਂ 'ਚ। ਸੋ ਇਹ ਨਹੀਂ ਸੋਚ ਸਕਦੇ ਕਿ ਅਸੀਂ ਪਾਣੀ ਨੂੰ ਪੋਲੂਟ ਕਰ ਦਾਂਗੇ ਜਾਂ ਕੋਈ ਹੋਰ ਤਰੀਕਾ ਅਪਣਾ ਲਾਂਗੇ। ਸੋ ਮੈਂ ਇਸ ਗੱਲੋਂ ਹੈਪੀ ਹਾਂ ਕਿ ਇਹ ਜਿਹੜੀ ਕੰਪਨੀ ਹੈ ਇਹ ਨਾਲ ਇਨਵਾਇਰਨਮੈਂਟ ਫਰੈਂਡਲੀ ਹੈ, ਕਿ ਕੋਈ ਇਦਾਂ ਦੀ 에ਅਰ ਪੋਲੂਸ਼ਨ ਜਾਂ ਵਾਟਰ ਪੋਲੂਸ਼ਨ ਦੇ ਨੇੜੇ ਤੇੜੇ ਨਹੀਂ ਇਹ ਲੱਗਦੇ। ਮੈਂ ਜਾਣਦਾ ਹਾਲੈਂਡ ਦੀ ਹਾਕੀ ਟੀਮ ਬਹੁਤ ਤਕੜੀ ਟੀਮ ਹੈ ਹਾਲੈਂਡ। ਮੈਂ ਛੋਟਾ ਹੁੰਦਾ ਮੈਂ ਮੈਚ ਦੀ ਕਮੈਂਟਰੀ ਦੇਖਦਾ ਸੀ। ਅੱਜ ਕੱਲ੍ਹ ਮੈਚ TV ਤੇ ਆਉਂਦੇ ਆ। ਸੋ ਇਹਨਾਂ ਦਾ ਇੱਕ ਪਲੇਅਰ ਸੀਗਾ ਏਅਨ ਬੌਬ ਲੈਂਡਰ, ਪੈਨਲਟੀ ਕਾਰਨਰ ਸਪੈਸ਼ਲਿਸਟ ਸੀਗਾ। ਜੇ ਪੈਨਲਟੀ ਕਾਰਨਰ ਮਿਲ ਗਿਆ ਤਾਂ ਸਮਝ ਲਓ ਗੋਲ ਹੈ, ਕਿਉਂਕਿ ਐਡਾ ਕਮਾਲ ਦਾ ਉਹਦਾ ਬੰਦੇ ਦਾ ਪੈਨਲਟੀ ਕਾਰਨਰ ਦਾ ਸਪੈਸ਼ਲਿਸਟ ਸੀ ਉਹ ਏਅਨ ਬੌਬ ਲੈਂਡਰ। ਸੋ ਇੰਡੀਆ ਤੇ ਹਾਲੈਂਡ ਦੇ ਬਹੁਤ ਮੈਚ ਹਾਕੀ ਦੇ ਵੀ ਹੁੰਦੇ ਰਹੇ ਨੇ। ਉਮੀਦ ਕਰਦੇ ਹਾਂ ਪੈਰਿਸ ਦੇ ਵਿੱਚ ਓਲੰਪਿਕ ਹੋਣੀ ਹੈ, ਇੰਡੀਆ ਤੇ ਹਾਲੈਂਡ ਉੱਥੇ ਫਾਈਨਲ 'ਚ ਹੋਣ। ਤੇ ਪਰ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ
ਗੋਲਡ ਜਿਹੜਾ ਹੈ ਉਹ ਸਾਡੇ ਕੋਲੇ ਹੋਵੇ, ਸਿਲਵਰ ਹਾਲੈਂਡ ਕੋਲੇ ਹੋਵੇ। ਚਲੋ ਇੱਕੋ ਪੋਡੀਅਮ ਤੇ ਤਾਂ ਖੜਾਂਗੇ ਨਾ, ਜਿਵੇਂ ਅੱਜ ਇੱਕੋ ਸਟੇਜ ਤੇ ਖੜੇ ਆ, ਇੱਕੋ ਪੋਡੀਅਮ ਤੇ ਖੜ ਜਾਾਂਗੇ। ਸੋ ਹਾਲੈਂਡ ਦੀ ਟੀਮ ਪਹਿਲੀ ਵਾਰ ਵਰਲਡ ਕੱਪ ਦੇ ਵਿੱਚ ਵੀ ਆ ਰਹੀ ਹੈ, ਕ੍ਰਿਕਟ ਦਾ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ, ਉਹ 'ਚ ਵੀ ਹਾਲੈਂਡ ਆ ਰਹੀ। ਸੋ ਸਪੋਰਟਸ ਦੇ ਵਿੱਚ, ਇੰਡਸਟਰੀ ਦੇ ਵਿੱਚ, ਕਲਚਰ ਦੇ ਵਿੱਚ ਅਸੀਂ ਸਾਂਝੇ ਹਾਂ, ਅਸੀਂ ਇੱਕੋ ਜਿਹੇ ਹਾਂ। ਬਹੁਤ ਮਿਹਨਤੀ ਲੋਕ ਨੇ। ਡੱਚ ਪੀਪਲ ਆਰ ਵੈਰੀ ਵੈਰੀ ਹਾਰਡ ਵਰਕਿੰਗ ਪੀਪਲ, ਆਪਣੇ ਮੁਲਕ ਨੂੰ ਪਿਆਰ ਕਰਨ ਵਾਲੇ ਲੋਕ, ਆਪਣੀ ਧਰਤੀ ਨੂੰ ਪਿਆਰ ਕਰਨ ਵਾਲੇ, ਲਾਈਕ ਅਸ। ਅਸੀਂ ਵੀ ਇਸ ਧਰਤੀ ਨੂੰ ਪਿਆਰ ਕਰਦੇ ਹਾਂ, ਆਪਣੇ ਮੁਲਕ ਨੂੰ ਪਿਆਰ ਕਰਦੇ ਹਾਂ। ਸੋ ਜਿਹੜੀ ਅੱਜ ਓਪਨਿੰਗ ਹੋ ਰਹੀ ਹੈ ਉਸ ਸੈਕਟਰ ਦੇ ਵਿੱਚ ਬਹੁਤ, ਕਿਉਂਕਿ ਇਹ ਇਲਾਕਾ ਹੈਗਾ ਪੋਲਟਰੀ ਫਾਰਮ ਦਾ ਇਲਾਕਾ ਹੈਗਾ। ਹਾਲਾਂਕਿ ਮੈਨੂੰ ਪਤਾ ਹੈ ਕਿ ਉੱਥੇ, ਕਿਉਂਕਿ ਮੈਂ ਆਇਆ ਸੀਗਾ, ਮੈਨੂੰ ਕੱਲੀ ਇੱਦਾਂ ਪਤਾ ਹੈ ਉੱਥੇ ਮੱਖੀਆਂ ਦੀ ਬਹੁਤ ਪ੍ਰੋਬਲਮ ਹੈ। ਉਸ ਇਲਾਕੇ ਜਾਓਗੇ ਤਾਂ ਮਤਲਬ ਆ ਨਾਲ ਹੀ ਹੈ, ਮੈਂ ਟੂਰਨਾਮੈਂਟ ਤੇ ਆਇਆ ਸੀ, ਉਦੋਂ ਦਿਖਾਇਆ ਵੀ ਸੀ। ਸੋ ਹੁਣ ਨਵੀਂ ਟੈਕਨੋਲੋਜੀ ਨਾਲ ਜਿਹੜੀ ਹੈ ਪੋਲਟਰੀ ਦਾ ਕੰਮ ਹੋਊਗਾ। ਸਾਇੰਸ ਟੈਕਨੋਲੋਜੀ, ਲੇਟੈਸਟ ਟੈਕਨੋਲੋਜੀ ਇਨ ਫਾਰਮਿੰਗ ਅੱਜ ਦੇ ਜ਼ਮਾਨੇ ਦੀ ਲੋੜ ਹੈ। ਹਰ ਫਸਲ ਨੂੰ ਬੀਜਣ ਦੇ 3-3 ਤਰੀਕੇ ਨੇ, ਹਰ ਫਸਲ ਨੂੰ ਪਾਣੀ ਦੇਣ ਦੇ 3-3 ਤਰੀਕੇ ਨੇ, ਹਰ ਫਸਲ ਨੂੰ ਸਪਰੇਅ ਕਰਨ ਦੇ 4-4 ਤਰੀਕੇ ਨੇ, ਉਹਦੇ ਮੰਡੀ ਕਰਨ ਦੇ 5-5 ਤਰੀਕੇ ਨੇ। ਸੋ ਇਸ ਕਰਕੇ ਨਾਓ ਵੀ ਹੈਵ ਟੂ ਅਡਾਪਟ ਨਿਊ ਟੈਕਨੋਲੋਜੀ, ਨਵੀਂ ਟੈਕਨੋਲੋਜੀ। ਹਰ ਬੂਟੇ ਨੂੰ ਕੰਪਿਊਟਰ ਨਾਲ ਅਟੈਚ ਕਰਨਾ ਪਊਗਾ, ਹਰ ਬੂਟੇ ਨੂੰ, ਔਰ ਹੋ ਜਾਊਗਾ। ਵੀ ਆਰ ਇੰਟਰੋਡਿਊਸਿੰਗ AI in agriculture, policing, health, revenue, GST, artificial intelligence, ਨਵੀਂ ਟੈਕਨੋਲੋਜੀ ਹੈ, ਉਹਨੂੰ ਅਸੀਂ ਅਪਣਾ ਰਹੇ ਹਾਂ। ਟੈਕਸਿੰਗ, ਜਿਹੜੀ ਟੈਕਸੇਸ਼ਨ ਹੈ ਐਗਰੀਕਲਚਰ 'ਚ, ਦੈਨ ਪੁਲਿਸਿੰਗ 'ਚ, ਹੈਲਥ 'ਚ, ਤੁਹਾਨੂੰ ਇਸ ਤਰ੍ਹਾਂ ਦੀ ਟੈਕਨੋਲੋਜੀ ਦੇਵਾਂਗੇ ਤੁਸੀਂ ਕਹੋਗੇ ਆ ਤਾਂ ਸੋਚਿਆ ਨਹੀਂ ਸੀ ਕਦੇ। ਮੈਪਿੰਗ ਜਿਹੜੀ ਹੈ ਨਾ, ਲੈਂਡ ਦੀ ਮੈਪਿੰਗ, ਇਹ ਜਰੀਬਾਂ ਦਾ ਜ਼ਮਾਨਾ ਲੰਘ ਗਿਆ ਯਾਰ। ਜਰੀਬ ਚੱਕੀ ਫਿਰੋ ਹਰ ਤੀਜੇ ਮਹੀਨੇ। ਹੁਣ ਤਾਂ ਉੱਪਰ ਦੀ ਇੱਕ ਵਾਰੀ ਡਰੋਨ ਲੰਘੂਗਾ, ਕੱਲਾ ਕੱਲਾ ਡਲਾ, ਕੱਲੀ ਕੱਲੀ ਵੱਟ ਦੱਸ ਦੂਗਾ ਕਿਹੜੀ ਕਿੱਥੇ ਹੈ। ਅੱਜ ਜਰੀਬਾਂ ਤੋਂ ਯਾਦ ਆਇਆ, ਪਟਵਾਰੀ ਠੀਕ ਨੇ? ਠੀਕ ਨੇ ਨਾ? ਜੇ ਠੀਕ ਨੇ ਤਾੜੀ ਮਾਰ ਦਿਓ, ਫਿਰ ਹੋ ਜਾਣਗੇ, ਜਿਹੜੇ ਰਹਿ ਗਏ ਹੋ ਜਾਣਗੇ। ਯਾਰ ਅਸੀਂ ਇੱਕ ਐਸਾ ਪੰਜਾਬ ਜਿਹੜਾ ਸਿਰਜਣਾ ਹੈ ਤਾਂ ਕਿ ਰਾਇਲਟੀ ਹਾਊਸ, ਇਸ ਤਰ੍ਹਾਂ ਦੀਆਂ ਕੰਪਨੀਆਂ ਹੋਰ ਵੀ ਆਉਣ ਇੱਥੇ ਜਾ ਕੇ, ਇਹ ਜਾ ਕੇ ਦੱਸਣਗੇ ਉੱਥੇ ਕਿ ਆਓ ਵੀ ਉੱਥੇ ਬਹੁਤ ਵਧੀਆ ਮਾਹੌਲ ਹੈ। ਨਾਓ ਯੂ ਆਰ ਬ੍ਰਾਂਡ ਐਂਬੈਸਡਰ, so you have to bring more companies from Europe to Punjab, and I hope for the long association. So ਹੋਰ ਕੰਪਨੀਆਂ ਨੂੰ ਲੈ ਕੇ ਆਉਣਗੇ, ਕੰਮ ਮਿਲੂਗਾ ਉਰੇ। ਸਾਡੇ ਹੀ ਮੁੰਡੇ ਇੱਥੋਂ ਹੀ ਪੜ੍ਹ ਕੇ ਇੱਥੇ ਹੀ ਇੰਜੀਨੀਅਰ ਲੱਗਣਗੇ, ਇੱਥੇ ਹੀ ਉਹਨਾਂ ਨੂੰ ਵੱਡੀਆਂ ਵੱਡੀਆਂ ਨੌਕਰੀਆਂ ਮਿਲਣਗੀਆਂ। ਕੀ ਅੱਜ ਛੱਡ ਕੇ ਜਾਣਾ ਕੈਨੇਡਾ, ਭੱਜ ਜਾਂਦੇ 6 ਮਹੀਨੇ ਬਰਫ਼ ਪਈ ਰਹਿੰਦੀ ਉੱਥੇ, ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ। ਲੈਂਗੁਏਜ ਦੀ ਪ੍ਰੋਬਲਮ ਹੈ, ਸਾਡੇ ਨਾਲ ਕੋਈ ਵੈਦਰ ਨਹੀਂ ਉਹਨਾਂ ਦਾ ਮਿਲਦਾ। ਆਪਾਂ ਇੱਥੇ ਗੁਰੂ ਨਾਨਕ ਦੇਵ ਦੀ ਧਰਤੀ, ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ, ਇਹਨੂੰ ਕਿਉਂ ਨਹੀਂ ਡਿਵੈਲਪ ਕਰਦੇ? ਵੀ ਧਰਤੀ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ। ਧਰਤੀ ਤਾਂ, ਮੈਂ ਪੂਰੀ ਦੁਨੀਆ ਘੁੰਮੀ ਹੈ, ਪੂਰੀ ਦੁਨੀਆ, ਨਿਊਜ਼ੀਲੈਂਡ ਤੋਂ ਲੈ ਕੇ ਵੈਸਟ ਕੋਸਟ ਆਫ ਕੈਲੀਫੋਰਨੀਆ, ਦੁਨੀਆ ਤੇ ਕੋਈ ਐਸੀ ਧਰਤੀ ਨਹੀਂ ਹੈਗੀ ਜਿਹੜੀ ਇੱਕ ਸਾਲ ਚ 150 ਮਣ ਦਾਣੇ ਪੈਦਾ ਕਰ ਦੇ। ਆਹ ਧਰਤੀ ਹੈ। ਇੱਧਰ ਦੇਖ ਲਓ, ਇੱਧਰ ਦੇਖ ਲਓ, 80 ਮਣ ਝੋਨਾ, 70 ਮਣ ਕਣਕ। ਇੱਕ ਸਾਲ ਚ ਆਪਾਂ 2 ਫਸਲਾਂ ਲੈਂਦੇ ਹਾਂ। ਦੁਨੀਆ ਦੀ ਕੋਈ ਧਰਤੀ ਨਹੀਂ ਹੈਗੀ ਜਿਹੜੀ 150 ਮਣ ਦਾਣੇ ਪੈਦਾ ਕਰ ਦੇ। ਪਰ ਮੇਰੇ ਇਹੀ ਰਹਿੰਦਾ ਸੀ ਦਿਮਾਗ 'ਚ ਕਿ ਯਾਰ 150 ਮਣ ਵਾਲੇ ਭੁੱਖੇ ਮਰੀ ਜਾਂਦੇ ਆ, ਆ 25, 30, 40 ਮਣ ਵਾਲੇ ਮੌਜਾਂ ਕਰੀ ਜਾਂਦੇ ਆ। ਕਾਰਨ ਕੀ ਸੀਗਾ? ਵਿਜ਼ਨ ਨਹੀਂ ਸੀ। देयर वाज नो ਵਿਜ਼ਨ। ਜੇ ਕੋਈ ਫੈਕਟਰੀ ਵਾਲਾ ਹੁੰਦਾ ਸੀ, ਉਹਨੂੰ ਇਹ ਤਾਂ ਪੁੱਛਦੇ ਹੀ ਨਹੀਂ ਸੀ ਕਿ ਤੂੰ ਕਿੰਨੇ 100 ਕਰੋੜ ਲਾਏਂਗਾ ਤੇ ਕਿੰਨੇ ਮੁੰਡੇ ਕੁੜੀਆਂ ਨੂੰ ਕੰਮ ਦੇਂਗਾ। ਉਹਨੂੰ ਤਾਂ ਇਹੀ ਪੁੱਛਦੇ ਸੀ ਕਿੰਨੇ ਸਾਨੂੰ ਦੇਂਗਾ। ਆਹੀ ਪੰਗਾ ਸੀਗਾ।
ਉਹ ਬੰਦ ਕਰਤਾ ਆਪਾਂ ਨੇ। ਇਸ ਕੰਪਨੀ ਨੇ ਆ ਕੇ ਸਾਡੇ ਅਫਸਰਾਂ ਨਾਲ ਇਨ ਟੱਚ ਹੋਏ, ਫਟਾਫਟ ਸਾਰੀਆਂ ਐਨਓਸੀਜ਼ ਆਈ ਟਰੱਕ ਤੀ। ਅਗਲੇ ਹਫਤੇ ਤੋਂ ਇਹ ਆਪਣਾ ਕੰਮ ਸ਼ੁਰੂ ਕਰ ਲੈਣਗੇ, ਪ੍ਰੋਡਕਸ਼ਨ ਫੈਕਟਰੀ ਬਣਾਉਣ ਦਾ। ਕੋਈ 1 ਰੁਪਈਆ ਨਹੀਂ ਕਿਸੇ ਨੂੰ ਲੱਗਣ ਦਿੰਦੇ ਅਸੀਂ। ਸਾਨੂੰ ਵੈਲਕਮ ਕਰਨਾ ਚਾਹੀਦਾ ਹੈ। ਇਹ ਸਾਡੇ ਦੇਸ਼ ਚ ਆ ਕੇ, ਸਾਡੇ ਵਤਨ ਚ ਆ ਕੇ ਕੰਮ ਕਰ ਰਹੇ ਨੇ, ਇਹਨਾਂ ਦਾ ਵੀ ਕੰਮ ਵਧੇ ਫੁਲੇ, ਆਪਣੇ ਵੀ ਤਰੱਕੀਆਂ ਹੋਣ। ਇਹਦੇ ਨਾਲ ਕਿਸਾਨਾਂ ਦਾ ਮਿਲਕ ਫੈਡ ਹੈ, ਮਾਰਕ ਫੈਡ ਆਪਣੇ ਕੋਲੇ। ਐਵੇਂ ਛੱਡੇ ਹੋਏ ਸੀਗੇ ਸੰਸਥਾਵਾਂ। ਮਿਲਕ ਫੈਡ ਪਹਿਲੀ ਵਾਰ ਹੋਇਆ ਨੋ ਪ੍ਰੋਫਿਟ ਨੋ ਲਾਸ ਤੇ ਆ ਗਿਆ, ਪਹਿਲਾਂ ਘਾਟੇ 'ਚ ਸੀ। ਅੱਜ ਵੇਰਕਾ ਨੂੰ ਅਸੀਂ ਇੱਥੋਂ ਜਿਹੜਾ ਪ੍ਰਮੋਟ ਕਰ ਰਹੇ ਹਾਂ। ਵੇਰਕਾ ਦੀ ਖੀਰ, ਵੇਰਕਾ ਦਾ ਪਨੀਰ, ਵੇਰਕਾ ਦੇ ਪਿੰਨੀਆਂ, ਵੇਰਕਾ ਦਾ ਘਿਓ, ਜੇ ਤੁਸੀਂ ਖਾ ਕੇ ਦੇਖ ਲਓ ਇੱਕ ਵਾਰੀ, ਦੁਬਾਰੇ ਕਿਤੇ ਹੋਰ ਨਹੀਂ ਜਾਣਾ। ਸਾਡੇ ਕੋਲੇ ਜਿਹੜਾ ਮਿਲਕ ਪ੍ਰੋਡਕਸ਼ਨ ਹੈ ਕਮਾਲ ਦੀ ਹੈ। ਪੰਜਾਬੀਆਂ ਦਾ ਨਾਮ ਜੁੜਿਆ ਹੋਇਆ ਹੈ ਖਾਂਦੇ ਪੀਂਦੇ ਘਰਾਂ ਦੇ, ਦੁੱਧ, ਘਿਓ, ਮੱਖਣ। ਸੋ ਇਸ ਕਰਕੇ ਮੈਂ ਪੰਜਾਬ 'ਚ ਜਦੋਂ ਵੀ ਵੈਲਕਮ ਕਰਦਾ ਕਿਸੇ ਇੰਡਸਟਰੀਲਿਸਟ ਦਾ, ਮੈਂ ਉਹਨੂੰ ਇਹ ਕਹਿਣਾ ਹੁੰਦਾ ਕਿ ਬਾਕੀ ਤਾਂ ਪ੍ਰੋਫਿਟ ਤੈਨੂੰ ਕਿੰਨਾ ਕੁ ਹੋਊਗਾ ਇਹ ਤਾਂ ਤੁਹਾਡੇ ਯੂਨਿਟ ਤੇ ਡਿਪੈਂਡ ਕਰਦਾ ਹੈ, ਪਰ ਇੰਨਾ ਕਹਿ ਜੇ ਤੁਸੀਂ ਪੰਜਾਬ 'ਚ ਆ ਕੇ ਫੈਕਟਰੀ ਲਾ ਲਈ, 6 ਮਹੀਨਿਆਂ 'ਚ 4-5 ਕਿਲੋ ਭਾਰ ਜ਼ਰੂਰ ਵਧੂਗਾ। ਉਹ ਤੁਸੀਂ ਆਪ ਦੇਖਿਓ, ਉਹ ਤੁਹਾਡੇ ਆਪਣੇ ਤੇ। ਕਿਉਂਕਿ ਇੱਥੇ ਜਦੋਂ ਸਾਗ ਚੱਲ ਪਿਆ, ਸਾਗ ਸ਼ੁਰੂ ਹੋ ਗਿਆ ਸੀਜ਼ਨ ਆਪਣਾ ਸਾਗ ਦਾ, ਹੁਣ 25 ਫਰਵਰੀ ਤੱਕ ਇਹੀ ਚੱਲੂ, ਤੜਕਾ ਲਾ ਲਾ ਕੇ, ਨਾਲ ਮੱਖਣ, ਨਾਲ ਮੱਕੀ ਦੀ ਰੋਟੀ। ਇਦੋਂ ਵਧੀਆ ਕੁਛ ਹੈ ਹੀ ਨਹੀਂ। ਸੋ ਜੇ ਅਸੀਂ ਆਪਣਾ ਕਲਚਰ ਪ੍ਰਮੋਟ ਕਰਦੇ ਹਾਂ, ਗਿੱਧੇ ਭੰਗੜੇ ਵਾਲੇ ਉਹ ਸਾਜ਼ ਜਿਹੜੇ ਖਤਮ ਹੋ ਗਏ ਸੀ ਉਹਨਾਂ ਨੇ ਦਿਖਾਏ। ਆਪਾਂ ਆਪਣਾ ਕਲਚਰ ਵਿਰਸਾ ਯਾਦ ਰੱਖੀਏ, ਪ੍ਰਮੋਟ ਕਰੀਏ। ਨਵੀਂ ਟੈਕਨੋਲੋਜੀ ਵੀ ਅਡਾਪਟ ਕਰਨੀ ਹੈ, ਪਰ ਪੁਰਾਣੇ ਕਲਚਰ ਵੀ ਨਹੀਂ ਛੱਡਣਾ, ਜੜ੍ਹਾਂ ਨਹੀਂ ਛੱਡਣੀਆਂ। ਫੁੱਲਾਂ ਤੇ ਜਿੰਨੇ ਮਰਜ਼ੀ ਤੁਸੀਂ ਵੈਰਾਈਟੀ ਲੈ ਆਓ, ਪਰ ਜੜ੍ਹਾਂ ਬਿਲਕੁਲ ਨਹੀਂ ਛੱਡਣੀਆਂ। ਸੋ ਆਪਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਦੇ ਲੋਕ ਹਾਂ, ਜਿਨ੍ਹਾਂ ਨੇ ਘਰ ਘਰ ਜਾ ਕੇ ਕਿਰਤ ਕਰੋ ਦਾ, ਵੰਡ ਛਕਣ ਦਾ, ਨਾਮ ਜਪਣ ਦਾ ਹੋਕਾ ਦਿੱਤਾ। ਤੇ ਅੱਜ ਜ਼ਮਾਨਾ ਹੀ ਕਿਰਤ ਦਾ ਆ ਗਿਆ, ਜ਼ਮਾਨਾ ਟੈਕਨੋਲੋਜੀ ਦਾ ਆ ਗਿਆ। ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਟੈਕਨੋਲੋਜੀ ਦੇ ਵਿੱਚ ਪੰਜਾਬ ਬਹੁਤ ਅਗਲੀਆਂ ਸਫਾਂ ਦੇ ਵਿੱਚ ਆ ਰਿਹਾ ਹੈ। ਆਹ ਸਾਰਾ ਏਰੀਆ ਮੋਹਾਲੀ ਤੱਕ ਜਿਹੜਾ ਪੂਰਾ ਇਨਫਰਾਸਟ੍ਰਕਚਰ ਚੱਲ ਰਿਹਾ, ਕੰਮ ਚੱਲ ਰਿਹਾ ਹੈ। IT ਸੈਕਟਰ 'ਚ ਨੰਬਰ 1 ਬਣਾ ਦਿਆਂਗੇ। 에ਅਰਪੋਰਟ ਇੰਟਰਨੈਸ਼ਨਲ ਹੋ ਰਿਹਾ ਹੈ। ਅਗਲੀਆਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਫਲਾਈਟਾਂ ਆਉਣਗੀਆਂ। ਇੱਥੋਂ ਆ ਡਬਲ ਲਾਈਨ ਜਾਂਦੀ ਹੈ ਦਿੱਲੀ ਨੂੰ, 2-2.5 ਘੰਟੇ ਦਾ ਰਾਹ ਦਿੱਲੀ ਹੈ। NH1 ਹੈ, ਉਹ ਦਿੱਲੀ ਨੂੰ ਜਾਂਦਾ ਹੈ। ਅੱਗੇ ਹੁਣ ਸਾਡੇ ਕੋਲੇ ਹੋਰ ਵੀ ਜਿਹੜੇ ਇੱਕ ਰੋਹਤਕ ਵਿੱਚ ਦੀ ਜਾਂਦਾ, ਜਿਹੜਾ ਸੰਗਰੂਰ ਵਿੱਚ ਦੀ, ਸਾਡੇ ਕੋਲ ਹਾਈਵੇ 3-4 ਹੋ ਗਏ। ਤਾਂ ਸਾਨੂੰ ਤਰੱਕੀ ਕਰਨੀ ਚਾਹੀਦੀ ਹੈ। ਮੋਰ ਓਵਰ ਹੁਣ ਤੱਕ 1.5 ਸਾਲ 'ਚ ਹੁਣ ਤੱਕ 50,000 ਕਰੋੜ ਤੋਂ ਜ਼ਿਆਦਾ ਇਨਵੈਸਟਮੈਂਟ ਪੰਜਾਬ 'ਚ ਹੋ ਚੁੱਕੀ ਹੈ। ਅੱਜ 142 ਉਹਦੇ 'ਚ ਹੋਰ ਜੋੜ ਲਓ, 142 ਕਰੋੜ। ਔਰ ਇਹਦੇ ਨਾਲ 2,90,000 ਯੂਥ ਨੂੰ ਨੌਕਰੀ ਮਿਲੂਗੀ। ਇਸ 50,000 ਦੇ ਜਿਹੜੇ ਪ੍ਰੋਜੈਕਟ ਆਏ ਨੇ, ਮੈਂ ਉਹ ਨਹੀਂ ਕਹਿੰਦਾ ਜੋ MOU ਸਾਈਨ ਹੋਏ ਨੇ, ਆ ਗਏ ਧਰਤੀ ਤੇ। ਅਸੀਂ ਤਾਂ ਉਦੋਂ ਖਬਰ ਲਵਾਉਂਦੇ ਹਾਂ ਜਿੱਦਾਂ ਆ ਧਰਤਾ, ਇੱਟ ਧਰਤੀ ਜਿੱਦਾਂ। ਇਹ ਨਹੀਂ ਹੈਗਾ ਜੀ ਇੰਨੇ ਯਾਰ ਮੈਂ ਪਹਿਲਾਂ ਹੀ ਕਹਿਦਾ ਵੀ ਐਂ ਕਰ ਦਾਂਗੇ, ਉਹ ਕਰ ਦਾਂਗੇ। ਨਾ, ਜਦੋਂ ਆ ਗਏ ਉਦੋਂ ਵੈਲਕਮ ਕਰਾਂਗੇ। ਔਰ MSME ਛੋਟੇ ਜਿਹੜੇ ਉਦਯੋਗ ਨੇ, ਰਾਜ ਸਭਾ ਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਦੱਸੋ ਜੀ MSME ਕਿਹੜੀ ਸਟੇਟ ਦੇ ਵਿੱਚ ਗਰੋ ਕਰ ਰਹੀ ਹੈ। ਰਾਜ ਸਭਾ ਦੇ ਵਿੱਚ ਮਿਨਿਸਟਰ ਨੇ ਜਵਾਬ ਦਿੱਤਾ, ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰ ਨੇ ਜਵਾਬ ਦਿੱਤਾ, ਨੰਬਰ 1 ਤੇ ਪੰਜਾਬ ਹੈ ਜੀ MSME ਰਜਿਸਟ੍ਰੇਸ਼ਨ 'ਚ। 2,79,000 ਯੂਨਿਟ ਪੰਜਾਬ 'ਚ ਆਉਣ ਵਾਸਤੇ ਰਜਿਸਟਰਡ ਹੋਏ ਨੇ, ਪੂਰੇ ਨਾਰਥ ਇੰਡੀਆ ਦੇ ਵਿੱਚ ਨੰਬਰ 1। ਸੋ ਪਹਿਲਾਂ ਜਿਹੜੇ ਰੁੱਸ ਕੇ ਚਲੇ ਗਏ ਸੀ, ਕਿਉਂਕਿ ਇਹ ਪੂਰਾ ਜਿਹੜਾ NH1 ਦੇ ਆਲੇ ਦੁਆਲੇ ਜਿਹੜਾ ਸਾਰੀ ਇੰਡਸਟਰੀ ਸੀ, ਰਾਜਪੁਰਾ, ਅੱਗੇ ਸਰਹੰਦ, ਮੰਡੀ ਗੋਬਿੰਦਗੜ੍ਹ, ਦੁਰਾਹਾ, ਖੰਨਾ, ਸਾਨੇਵਾਲ, ਉਸ ਤੋਂ ਅੱਗੇ ਚੱਲ ਜਾਓ ਫਿਲੌਰ, ਗੁਰਾਇਆ, ਜਲੰਧਰ, ਧਾਰੀਵਾਲ, ਬਟਾਲੇ ਤੱਕ ਜਾਂਦਾ ਸੀ ਸਾਰੀ ਇੰਡਸਟਰੀ। ਮੰਡੀ ਗੋਬਿੰਦਗੜ੍ਹ ਤੋਂ ਆਏ ਹੋਣੇ ਕੁਝ ਇੰਡਸਟਰੀਲਿਸਟ, ਮਤਲਬ ਜੋ ਓਵਰਬ੍ਰਿਜ ਤੋਂ ਆਪਾਂ ਦੇਖਦੇ ਹਾਂ, ਇੱਦਾਂ ਲੱਗਦਾ ਜਿਵੇਂ ਕੋਈ
ਜੰਗ ਦਾ ਪ੍ਰਭਾਵਿਤ ਇਲਾਕਾ ਹੋਵੇ, ਮਤਲਬ ਚਿਮਨੀਆਂ 'ਚ ਘਾਹ ਉੱਗ ਪਿਆ, ਕਿਉਂਕਿ ਕੰਮ ਹੀ ਨਹੀਂ ਕਰਨ ਦਿੰਦੇ ਸੀ ਕਿਸੇ ਨੂੰ। ਪਹਿਲਾਂ ਸਾਡੇ ਦਿਓ ਜੀ ਪੈਸੇ, ਲੋਕਾਂ ਨੂੰ ਮਾਰੋ ਗੋਲੀ। ਲੋਕ ਜਾਂਦੇ ਆ ਜਿੱਥੇ ਢੱਠੇ ਖੂਹ ਜਾਣ, ਸਾਡਾ ਦੱਸੋ ਜੀ ਕਿੰਨਾ ਦਿੰਦੇ ਹੋ, ਕੌਣ ਆਊਗਾ ਫਿਰ ਦੂਜੀਆਂ ਸਟੇਟਸ ਜਿਹੜੀਆਂ ਨੇ ਉਹ ਦਿੰਦੀਆਂ ਨੇ ਇਨਸੈਂਟਿਵ, ਉਧਰ ਚਲੇ ਜਾਂਦੇ ਨੇ, ਬੱਦੀ ਚਲੇ ਗਏ, ਮੱਧ ਪ੍ਰਦੇਸ਼ ਚਲੇ ਗਏ। ਹੁਣ ਅਸੀਂ ਕਿਹਾ ਜਿਹੜੀ ਵੀ ਦੂਜੀ ਸਟੇਟ ਇੰਡਸਟਰੀ ਨੂੰ ਕੋਈ ਇਨਸੈਂਟਿਵ ਦਿੰਦੀ ਹੈ ਉਹ ਤੋਂ ਵੱਧ ਅਸੀਂ ਦੇਵਾਂਗੇ, ਆਓ ਇੱਥੇ ਵਾਪਸ ਆ ਜਾਓ। ਆ ਰਹੇ ਨੇ ਆਪਣੇ ਕੋਲੇ ਵਾਪਸ। ਸੋ ਜਿੰਨਾ ਵੀ ਇੰਡਸਟਰੀ ਨੂੰ ਪ੍ਰਮੋਟ ਕਰਦੇ ਆ, ਆਹ ਇੰਡਸਟਰੀ ਜਿਹੜੀ ਅੱਜ ਹੈ ਬਿਲੋਂਗਸ ਟੂ ਫਾਰਮਰਸ, ਕਿਸਾਨਾਂ ਨਾਲ ਜੁੜੀ ਹੋਈ ਇੰਡਸਟਰੀ ਹੈ। ਆਪਾਂ ਨੇ ਕਿੰਨਾ ਕੁ ਚਿਰ ਹੁਣ ਆਪਾਂ ਇਹ ਕਹੀ ਜਾਵਾਂਗੇ ਕਿ ਕਰਜ਼ੇ ਮਾਫ ਕਰੋ। ਮੈਂ ਕਹਿੰਦਾ ਕਰਜ਼ਾ ਮੁਕਤੀ ਚਾਹੀਦੀ ਹੈ ਕਿਸਾਨ ਨੂੰ, ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ। ਜੇ ਕਰਜ਼ਾ ਜੋ ਆਪ ਸੈਲਫ ਡਿਪੈਂਡੈਂਟ ਹੋਊਗਾ, ਉਹਦਾ ਪੁੱਤ ਜਿਹੜਾ, ਉਹਦੀ ਧੀ ਫੈਕਟਰੀ 'ਚ ਕੰਮ ਕਰਦੀ ਹੋਊਗੀ, ਲੱਖ 2 ਲੱਖ ਰੁਪਏ ਉਹਨਾਂ ਦੀ ਤਨਖਾਹ ਆਉਂਦੀ ਹੋਊਗੀ, ਕੀ ਲੋੜ ਹੈ ਕਰਜ਼ਾ ਲੈਣ ਦੀ ਫਿਰ? ਸੋ ਕਰਜ਼ਾ ਮੁਕਤੀ ਚਾਹੀਦੀ ਹੈ। ਕਰਜ਼ਾ ਮਾਫੀ ਨਾਲੋਂ ਕਰਜ਼ਾ ਮੁਕਤੀ ਵੱਲ ਧਿਆਨ ਦੇ ਰਹੇ ਹਾਂ ਕਿ ਕਰਜ਼ਾ ਲੈਣ ਦੀ ਲੋੜ ਨਾ ਪਵੇ। ਸੋ ਮੈਂ ਅੱਜ ਜਿਹੜਾ ਰਾਇਲਟੀ ਹਾਊਸ ਜਿਹੜੀ ਕੰਪਨੀ ਹੈ ਉਹਨਾਂ ਨੂੰ ਵੈਲਕਮ ਕਰਦਾ, ਔਰ ਇਸ ਧਰਤੀ ਤੇ ਉਹਨਾਂ ਨੇ ਇੱਟ ਲਾਈ ਹੈ। ਅੱਜ ਮੈਨੂੰ ਉਮੀਦ ਹੈ ਕਿ ਅਗਲੇ ਸਾਲ ਹੋਰ ਵੀ ਜ਼ਿਆਦਾ ਵੱਡੀ ਫੈਕਟਰੀ ਜਿਹੜੀ ਆ ਉਹ ਨਾਲ ਆਉਣਗੀਆਂ, ਹੋਰ ਫੈਕਟਰੀਆਂ ਇਸ ਕੈਟਲ ਫੀਡ ਨਾਲ ਰਿਲੇਟਡ ਸਿਸਟਰ ਕੰਪਨੀਜ਼ ਉਹ ਵੀ ਆਉਣਗੀਆਂ, ਤਾਂ ਕਿ ਸਾਡਾ ਜਿਹੜਾ ਇਹ ਹੱਬ ਹੈ, ਇੰਡਸਟਰੀਅਲ ਹੱਬ ਰਾਜਪੁਰਾ ਜਿਹੜਾ, ਉਹਨੂੰ ਇੰਨਾ ਪ੍ਰਮੋਟ ਕਰੀਏ ਕਿ ਜਦੋਂ ਪੰਜਾਬ, ਦਿਸ ਇਜ਼ ਅ ਗੇਟਵੇ ਆਫ ਇੰਡੀਆ। ਪੰਜਾਬ ਜਦੋਂ ਇੱਧਰੋਂ ਆਉਂਦੇ ਆ ਤਾਂ ਵੀ ਗੇਟ ਹੈ, ਅੰਮ੍ਰਿਤਸਰ ਇਜ਼ ਅ ਗੇਟਵੇ ਆਫ ਇੰਡੀਆ, ਉਧਰੋਂ ਆਉਂਦੇ ਆ ਉਹ ਪਹਿਲਾ ਗੇਟ ਹੈ। ਸੋ ਇਹ ਗੇਟਵੇ ਆਫ ਇੰਡੀਆ, ਜਦੋਂ ਲੋਕ ਇੱਧਰੋਂ ਵੀ ਆਉਣ ਜਾਂ ਅੰਮ੍ਰਿਤਸਰ ਤੋਂ ਆਉਣ, ਇੱਕ ਵਾਰੀ ਉਹਨਾਂ ਨੂੰ ਲੱਗੇ ਕਿ ਵਾਹ ਕਿਆ ਯਾਰ, ਮਤਲਬ ਉਦਯੋਗਿਕ ਕ੍ਰਾਂਤੀ ਆਈ ਹੋਈ ਹੈ। ਸਕੂਲ ਸ਼ਾਨਦਾਰ ਬਣਾ ਰਹੇ ਹਾਂ, ਹੈਲਥ ਤੇ ਧਿਆਨ ਦੇ ਰਹੇ ਹਾਂ, ਕਲੀਨਿਕ ਖੁੱਲ ਰਹੇ ਨੇ, ਬਿਜਲੀ ਦੀ ਪ੍ਰੋਡਕਸ਼ਨ 'ਚ ਆਪਾਂ ਨੰਬਰ 1 ਆ, ਔਰ ਸਭ ਤੋਂ ਸਸਤਾ ਸੋਲਰ ਦਾ ਐਗਰੀਮੈਂਟ ਅਸੀਂ ਕੀਤਾ ₹2.53 ਯੂਨਿਟ, ਜੋ ਬਿਗੇਸਟ ਹੈ ਇੰਡੀਆ ਦਾ, 1100-1200 ਮੈਗਾਵਾਟ ਦਾ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਿਜਲੀ ਦੇ ਮਾਮਲੇ 'ਚ ਦੂਜੇ ਰਾਜਾਂ ਨੂੰ ਅਸੀਂ ਬਿਜਲੀ ਵੇਚਣ ਦੇ ਵੀ ਕਾਬਲ ਹਾਂ। ਸੋ ਵੀ ਹੋਊਗਾ, ਬਾਕੀ ਜਿਵੇਂ ਤੁਸੀਂ ਕਹੀ ਜਾਓਗੇ ਉਵੇਂ ਜਿਵੇਂ ਹੋਊਗਾ। ਤੁਹਾਡੀ ਆਪਣੀ ਸਰਕਾਰ ਹੈ, ਔਰ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਨੀਦਰਲੈਂਡ ਦੀ ਕੰਪਨੀ ਨੂੰ ਜਾਂ ਕੋਈ ਅੰਬੈਸੀਜ਼ ਨੂੰ, ਤਾਂ ਉਹ ਆਪਾਂ ਨੂੰ ਦੱਸ ਦਿੰਦੇ ਵੀ ਸਾਨੂੰ ਤਾਂ ਦਿੱਕਤ ਹੈ, ਇੱਥੇ ਨਾ ਲਾਇਓ ਕਿਤੇ ਹੋਰ ਲਾ ਲਓ। ਪਰ ਅਸੀਂ ਉਦੋਂ ਦੇ ਇਹਨਾਂ ਦੇ ਨਾਲ ਹੀ ਰਹੇ ਜਿੰਨਾ ਚਿਰ ਇਹਨਾਂ ਨੇ ਹਾਂ ਨਹੀਂ ਕੀਤੀ ਕਿ ਆਓ ਜੀ ਆਓ, ਵੈਲਕਮ ਜੀ ਵੈਲਕਮ। ਪਹਿਲਾਂ ਕਰਵਾਇਆ, ਵਿਜ਼ਿਟ ਕਰਵਾਇਆ। ਹੁਣ ਅਸੀਂ ਉਧਰ ਪਠਾਨਕੋਟ ਵੱਲ ਲੈ ਕੇ ਗਏ ਬਹੁਤ ਸਾਰੇ ਇੰਡਸਟਰੀਲਿਸਟਾਂ ਨੂੰ। ਉਹ ਕਹਿੰਦੇ, ਹੋਟਲ ਵਾਲੇ ਨੇ, ਉਹ ਟੂਰਿਜ਼ਮ ਵਾਲੇ, ਉਹ ਕਹਿੰਦੇ ਇਦੋਂ ਵੱਧ ਨੀਲਾ ਪਾਣੀ ਅਸੀਂ ਕਿਤੇ ਦੇਖਿਆ ਹੀ ਨਹੀਂ। ਪਠਾਨਕੋਟ ਦੇ ਨੇੜੇ ਤੁਸੀਂ ਜਾਓਗੇ ਨਾ, ਰਣਜੀਤ ਸਾਗਰ ਡੈਮ ਦੇ ਨੇੜੇ, ਇਦੋਂ ਵੱਧ ਬਲੂ ਵਾਟਰ ਇੰਡੀਆ 'ਚ ਹੈ ਨਹੀਂ। ਆਪਾਂ ਟੂਰਿਜ਼ਮ ਨੂੰ ਵੀ ਡਿਵੈਲਪ ਕਰਨਾ ਹੈ, ਪੰਜਾਬ ਨੂੰ ਚਾਰੇ ਪਾਸਿਓਂ, ਇਕੱਲਾ ਖੇਤੀ ਜਾਂ ਇੰਡਸਟਰੀ ਨਾਲ ਨਹੀਂ, ਟੂਰਿਜ਼ਮ ਦੇ ਵਿੱਚ ਵੀ ਨੰਬਰ 1 ਹੋਈਏ, ਇੰਡਸਟਰੀ 'ਚ ਨੰਬਰ 1 ਹੋਈਏ। ਸਾਡੇ ਐਗਰੀਕਲਚਰ 'ਚ ਤਾਂ ਹੈਗਾ ਹੀ ਆ ਫੂਡਬਾਲ ਆਫ ਇੰਡੀਆ। ਅੱਜ 1 ਅਕਤੂਬਰ ਹੈ, ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੈ, ਅੱਜ ਤੋਂ ਸਰਕਾਰੀ ਖਰੀਦ 2 ਦਿਨ, ਕਿਉਂਕਿ ਅੱਜ ਸੈਚਰਡੇ ਸੰਡੇ ਆ ਗਿਆ ਤੇ ਨਾਲ ਕੱਲ ਨੂੰ ਛੁੱਟੀ ਹੈ, 2 ਅਕਤੂਬਰ ਮਹਾਤਮਾ ਗਾਂਧੀ ਜੀ ਦੀ ਜਯੰਤੀ ਹੈ, ਤਾਂ ਬੈਂਕਾਂ ਬੰਦ ਨੇ। ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ, ਤੁਹਾਡੀ ਝੋਨਾ ਲੈ ਕੇ ਟਰਾਲੀ ਮੰਡੀ 'ਚ, ਮੰਡੀ ਦਾ ਡਾਲਾ ਖੁੱਲਿਆ, ਜਿਉਂ ਝੋਨਾ ਮੰਡੀ 'ਚ ਡਿੱਗੂਗਾ ਬਿਲਕੁਲ ਉਧਰਲੇ ਪਾਸਿਓਂ ਉਸ ਝੋਨੇ ਦੀ ਪੇਮੈਂਟ ਜਿਹੜੀ ਹੈ ਉਹ ਤੁਹਾਡੇ ਖਾਤੇ 'ਚ ਡਿੱਗ ਜੂਗੀ। ਘਰੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਪੈਸੇ ਮਿਲ ਜਾਣਗੇ। ਸਾਨੂੰ 42,000 ਕਰੋੜ ਤੋਂ 37,000 ਕਰੋੜ ਰੁਪਈਆ CCL ਦਾ ਸਾਡੇ ਕੋਲੇ ਆ ਗਿਆ। ਇਹ ਪਹਿਲੀ ਵਾਰ ਹੋਇਆ ਕਿ ਅਸੀਂ ਐਡਵਾਂਸ ਪੈਸੇ ਲੈ ਲਏ। ਸੋ ਇਸ ਕਰਕੇ ਜੋ ਨੁਕਸਾਨ ਵੀ ਹੋਇਆ ਆ ਇਲਾਕੇ 'ਚ, ਤੇ ਉਹਦਾ ਅਸੀਂ ਕੋਈ ਜ਼ਿਆਦਾ ਰੌਲਾ ਨਹੀਂ ਉਹਦਾ ਅਸੀਂ ਕੋਈ ਕਰਦੇ। DBT ਡਾਇਰੈਕਟ ਬੈਂਕ ਟ੍ਰਾਂਸਫਰ ਹੋ ਰਹੀ ਹੈ, ਜਿੱਥੇ ਜਿੱਥੇ ਨੁਕਸਾਨ ਹੋਇਆ, ਚਾਹੇ ਉਹ ਮੁਰਗੀਆਂ ਦਾ, ਚਾਹੇ ਉਹ ਪਸ਼ੂਆਂ ਦਾ, ਚਾਹੇ ਉਹ ਫਸਲਾਂ ਦਾ,
ਸੋ ਅਸੀਂ ਉਹਦਾ ਵੀ ਨਾਲ ਮੁਆਵਜ਼ਾ ਦੇਵਾਂਗੇ, ਕਿਉਂਕਿ ਸਰਕਾਰਾਂ ਬਣੀਆਂ ਹੀ ਇਸ ਕੰਮ ਵਾਸਤੇ ਹੁੰਦੀਆਂ ਨੇ ਕਿ ਸੰਕਟ ਦੇ ਵੇਲੇ ਕੰਮ ਆਉਣ। ਨੈਲਸਨ ਮੰਡੇਲਾ ਨੂੰ ਪੁੱਛਿਆ ਗਿਆ ਕਿ ਲੀਡਰ ਕਿਵੇਂ ਬਣਦੇ ਨੇ, ਲੀਡਰ ਬਣਨ ਵਾਸਤੇ ਕੀ ਸ਼ਰਤਾਂ ਨੇ। ਉਹਨੇ ਗੱਲ ਕਹੀ, ਕਹਿੰਦਾ 2 ਸ਼ਰਤਾਂ ਨੇ। ਜਦੋਂ ਕੌਮ ਨੇ ਕੋਈ ਖੁਸ਼ੀ ਮਨਾਉਣੀ ਹੋਵੇ, ਕੋਈ ਖੁਸ਼ੀ ਦਾ ਜਸ਼ਨ ਦਾ ਮੌਕਾ ਹੋਵੇ, ਉਦੋਂ ਆਪ ਪਿੱਛੇ ਹਟ ਜਾਓ, ਲੋਕਾਂ ਨੂੰ ਕੌਮ ਨੂੰ ਖੁਸ਼ੀ ਮਨਾ ਲੈਣ ਦਿਓ, ਲੈਟ them enjoy। ਕਹਿੰਦਾ ਜਦੋਂ ਕੌਮ ਤੇ ਕੋਈ ਭੀੜ ਪੈ ਜੇ, ਕੋਈ ਸੰਕਟ ਆ ਜੇ, ਉਦੋਂ ਆਪ ਮੂਹਰੇ ਲੱਗੋ, ਕੌਮ ਨੂੰ ਕਹੋ ਆ ਜਾਓ ਮੇਰੇ ਨਾਲ, ਆਪਾਂ ਰਲ ਕੇ ਇਸ ਸਮੱਸਿਆ ਦਾ ਸਾਹਮਣਾ ਕਰਦੇ ਹਾਂ, ਤਾਂ ਤੁਹਾਨੂੰ ਲੀਡਰ ਮੰਨਦੇ ਲੋਕ। ਇਹ ਪਹਿਲਾਂ ਨੇ ਕੀ ਕਰਦੇ ਆ, ਜਸ਼ਨ ਆਪ ਬਣਾਉਂਦੇ ਰਹੇ, ਜਦੋਂ ਭੀੜ ਪੈਂਦੀ ਸੀ ਉਦੋਂ ਆਪਾਂ ਨੂੰ ਮੂਹਰੇ ਕਰ ਦਿੰਦੇ ਸੀ। ਚਲੋ ਵੀ ਪੰਜਾਬੀਓ, ਕੁਰਬਾਨੀਆਂ ਦੀ ਲੋੜ ਹੈ, SYL। ਹੁਣ ਸਾਰਾ ਮੈਂ ਤਾਂ ਜਾ ਕੇ ਦੱਸ ਹੀ ਦਿੱਤਾ ਉਹਨਾਂ ਨੂੰ, ਮੈਂ ਕਿਹੜੀ SYL, ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ। YSL ਕਰੋ, ਸਗੋਂ ਯਮਨਾ ਤੋਂ ਇੱਧਰ ਨੂੰ ਲੈ ਕੇ ਆਓ, ਆਉਂਦੇ ਆਉਂਦੇ ਹਰਿਆਣੇ ਨੂੰ ਦੇ ਦਿਓ, ਬਾਕੀ ਬਚਦਾ ਸਾਡੇ ਸਤਲੁਜ ਚ ਪਾ ਦਿਓ। ਸੋ ਇਸ ਕਰਕੇ ਜੋ ਹੱਕ ਸਾਡੇ ਨੇ, ਪੰਜਾਬੀ ਆਪਣੇ ਹੱਕਾਂ ਲਈ ਲੜਨਾ ਜਾਣਦੇ ਆ। ਸ਼ਹੀਦ ਆਜ਼ਮ ਭਗਤ ਸਿੰਘ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਦੋਂ ਬਾਬਰ ਨੂੰ ਜਾਬਰ ਕਿਹਾ ਸੀ, ਉਦੋਂ ਤੋਂ ਲੈ ਕੇ ਸਾਡੀ ਤਾਂ ਲੜਾਈ ਜਾਰੀ ਹੈ ਲੋਕਾਂ ਦੇ ਲਈ। ਤੋ ਮੈਂ ਸਾਰੇ ਜਿੰਨੇ ਵੀ ਆਫਿਸਰਸ ਆਫ ਰਾਇਲਟੀ ਹਾਊਸ ਐਂਡ CEO ਆਫ ਰਾਇਲਟੀ ਹਾਊਸ, ਐਂਬੈਸਡਰ ਹਰ ਹਾਈਨੈਸ, ਔਰ ਸਾਡੇ MLAs ਔਰ CEO ਸਾਹਿਬ, ਵਾइस ਚਾਂਸਲਰ ਆਫ ਪੰਜਾਬੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਸਾਡੇ ਜਿੰਨੇ ਵੀ ਕਿਸਾਨ ਭਰਾ ਇੱਥੇ ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਆਪਾਂ ਇਹ ਦੱਸ ਦਈਏ ਕਿ ਅਸੀਂ ਇਹਨਾਂ ਕੰਮਾਂ ਤੋਂ ਖੁਸ਼ ਹਾਂ, ਸਾਡੇ ਲਈ ਹੋਰ ਕੁਝ ਹੋਣਾ ਚਾਹੀਦਾ। बहुत बहुत धन्यवाद एंड बहुत बहुत शुक्रिया। लोगों को अक्सर कहते सुना है जिंदा रहे तो फिर मिलेंगे, लोगों को अक्सर कहते सुना है जिंदा रहे तो फिर मिलेंगे, लेकिन इस दिल ने कहा है मिलते रहे तो जिंदा रहेंगे। बहुत बहुत धन्यवाद, बहुत बहुत मेहरबानी, बधाइयाँ सारे, बहुत बहुत बधाइयाँ। तनवीर जी बहुत बहुत मुबारक, आपने बहुत अच्छे तरीके से जो ट्रांसलेशन की और पंजाब के इतने गौरवमय इतिहास को आप लोगों ने रिकमेंड किया, इसके लिए भी बहुत बहुत धन्यवाद कि आपने पंजाब की ग्लोरी को कायम रखने के लिए अपना योगदान देने का वादा किया है। यू आर ऑलवेज वेलकम, वी विल प्रोवाइड एवरी काइंड ऑफ सपोर्ट। थैंक यू। So right, ladies and gentlemen, as I said before, we always save the best for the last. और इन्हें कौन नहीं जानता? Everyone, please put your hands together for our honorable Chief Minister of Punjab, Sardar Shri Bhagwant Mann ji. Everyone, I want all of you clapping over here, everyone. And along with them, we have Mr. Koen de Hoos, the owner of the company, our ambassador from Netherlands, Marisa Khare, Mr. Amit, and Mr. Tanveer. जी आए बड़े माण की गल है और सम्मानित करते हुए साडे जी हाँ मुख मेहमान साडे माणयोग मुख मंत्री पंजाब सरदार भगवंत सिंह मान। And with this royalty host extend a special thanks to the Punjab government and to our CM of Punjab for all the support and favor. सो एक बार मैं चाहांगा एक बार जोरदार ताड़ियां नाल तुसी अपना प्यार ते सत्कार दे सकते हो साडे माणयोग मुख मंत्री पंजाब सरदार भगवंत सिंह मान। ते इसी तरह लख लख बधाइयां देने जी असीं तुहानूं सारिआं नूं और इस शुभ घड़ी दियां शुभ वेले दियां। ते हुण अगे वधदे जी।